ਸਾਡੇ ਅਸਲ ਦੇ ਵਿੱਚ ਜੇਕਰ ਅਸੀਂ ਇਹ ਦੇਖੀਏ, ਇਹ ਧਰਤੀ ਗੁਰੂ ਨਾਨਕ ਦੀ ਧਰਤੀ ਹੈ, ਜਿੱਥੇ ਸਟਾਰਟਿੰਗ ਪੁਆਇੰਟ ਜਿਹੜਾ ਫੰਡਾਮੈਂਟਲ ਸਵਾਲ ਹੈ, ਬੁਨਿਆਦੀ ਸਵਾਲ ਹੈ, ਉਹ ਕਿਰਤ ਕਰੋ ਤੋਂ ਸਟਾਰਟ ਹੁੰਦਾ। ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਦੂਜੀ ਗੱਲ ਇਹ ਹੈ ਕਿ ਕਿਰਤੀ ਬੰਦੇ ਦਾ ਸਨਮਾਨ ਬਿਲਕੁਲ ਗਾਇਬ ਹੈ। ਔਰ ਜਿਹੜਾ ਬੰਦਾ ਸਾਡੀ ਸਫਾਈ ਦਾ ਕੰਮ ਕਰਦਾ, ਔਰ ਜਿਹੜੇ ਸਫਾਈ ਕਰਨਾ ਸਭ ਤੋਂ ਬਿਹਤਰੀਨ ਕਿੱਤਾ ਹੋਣਾ ਚਾਹੀਦਾ ਤੇ ਸਭ ਤੋਂ ਕੀਮਤੀ ਕਿੱਤੇ ਮੰਨਿਆ ਜਾਣਾ ਚਾਹੀਦਾ। ਕਿ ਪੰਜਾਬ ਵਰਗੀ ਧਰਤੀ ਜੇ ਉਜੜ ਰਹੀ ਹੈ ਤੇ ਉਹਦੇ ਪਿੱਛੇ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਅਸੀਂ ਕੁਦਰਤ ਦੇ ਪਸਾਰੇ ਦੇ ਵਿੱਚ ਬਲਿਹਾਰੀ ਕੁਦਰਤ ਵਸੀਏ ਦਾ ਜਿਹੜਾ ਕਨਸੈਪਟ ਹੈ ਉਹ ਤਿਆਗਤਾ, ਅਸੀਂ ਕਿਰਤੀ ਬੰਦਾ ਤਿਆਗਤਾ ਤੇ ਅਸੀਂ ਮੁਨਾਫੇਖੋਰ ਇੱਕ ਪੋਲਿਟਿਕਸ ਦੇ ਤੇ ਇੱਕ ਮਾਡਲ ਦੇ ਪਿੱਛੇ ਲੱਗੇ ਆ, ਜਿਹਦੇ ਕਰਕੇ ਸਭ ਤੋਂ ਵੱਧ ਸਵਾਲ ਇਸ ਲੈਵਲ ਤੇ ਆ ਰਹੇ ਆ। ਜੌਬ ਕਾਰਡ ਬਣਾਉਣ ਲਈ ਦੋ ਹੀ ਸ਼ਰਤਾਂ ਨੇ, ਕੋਈ ਸ਼ਰਤ ਨਹੀਂ। ਇੱਕੋ ਪਿੰਡ ਦਾ ਵਸਿੰਦਾ ਹੋਣਾ ਚਾਹੀਦਾ, ਇੱਕੋ ਸਰੀਰਕ ਮਿਹਨਤ ਕਰਨ ਲਈ ਤਿਆਰ ਹੋਣਾ ਚਾਹੀਦਾ, ਚਾਹੇ 100 ਏਕੜ ਵਾਲਾ ਬਣਾ ਲੇ, ਕੋਈ ਸ਼ਰਤ ਨਹੀਂ। ਇਹਦੇ 'ਚ ਕੋਈ ਜ਼ਰੂਰੀ ਨਹੀਂ ਕਿ ਕਿਹੜੀ ਜਾਤ ਦਾ ਬਣਨਾ। ਕਈ ਲੋਕਾਂ ਨੂੰ ਇਹ ਭੁਲੇਖਾ ਹੈ ਦਲਤਾਂ ਦੀ ਸਕੀਮ ਹੈ, ਇਸੇ ਕਰਕੇ ਕਿਸਾਨੀ ਵਰਸਜ ਦਲਤ ਹੋਇਆ ਪਿਆ। ਕਿਸੇ ਨੂੰ ਕੋਈ ਟਾਈਪ ਦੀ ਗੱਲ ਹੈ, 'ਚ ਕੋਈ ਜਾਤ ਨਹੀਂ, ਕੋਈ ਪੰਥ। ਮੈਨੂੰ ਇਹ ਲੱਗਦਾ ਕਿ ਪੰਜਾਬ ਦੀ ਅਨਪਲਾਇਮੈਂਟ ਇਹ ਇਕੱਲਾ ਮਜ਼ਦੂਰ ਲਈ ਨਹੀਂ, 5 ਏਕੜ ਤੋਂ ਘੱਟ ਵਾਲਾ ਕਿਸਾਨ ਆਪਣੇ ਖੇਤ 'ਚ ਕੰਮ ਕਰਕੇ ਵੀ ਮਨਰੇਗਾ ਦੀ ਦਿਹਾੜੀ ਲੈਣ ਦਾ ਹੱਕਦਾਰ ਹੈ। ਬਿਲਕੁਲ ਹਜੇ ਉਹ ਕਣਕ ਝੋਨੇ 'ਚ ਨਹੀਂ ਹੈ, ਅਜੇ ਉਹ ਬਾਗਬਾਨੀ 'ਚ ਹੈ, ਅਜੇ ਉਹ ਪਾਣੀ ਦੇ ਮਾਮਲੇ 'ਚ ਹੈ, ਵਾਟਰ ਕੰਜ਼ਰਵੇਸ਼ਨ ਦੇ ਵਿੱਚ ਹੈ, ਅਜੇ ਉਹ ਡੇਅਰੀ ਸਾਈਡ 'ਚ ਹੈ, ਕੈਟਲ ਸਾਈਡ 'ਚ ਹੈ, ਮੁਰਗੀ ਸਾਈਡ 'ਚ ਹੈ। ਡਿਫਰੈਂਟ ਟਾਈਪ ਦੇ ਜਿਹੜੇ 38 ਕਿਸਮ ਦੇ ਕੰਮ ਨੇ, ਉਹਨਾਂ ਦੇ ਵਿੱਚ ਤੁਸੀਂ ਆਪਦੇ ਖੇਤ 'ਚ ਕੰਮ ਕਰਕੇ ਦਿਹਾੜੀ ਲੈਂਦੇ ਆ। ਸਤਿ ਸ਼੍ਰੀ ਅਕਾਲ ਜੀ। ਟੀਵੀ ਪੰਜਾਬ ਲਈ ਮੈਂ ਦਵਿੰਦਰ ਕੌਰ। ਕੋਵਿਡ-19 ਦੇ ਸਾਏ ਹੇਠ ਮਜ਼ਦੂਰ ਦਿਵਸ, ਕਿਹੋ ਜਿਹਾ ਰਹਿਣਾ ਇਹ ਮਜ਼ਦੂਰ ਦਿਵਸ ਤੇ ਕੀ ਅਸਰ ਹੈ ਕੋਵਿਡ-19 ਦਾ ਮਜ਼ਦੂਰਾਂ ਦੇ ਕੰਮਕਾਰ 'ਤੇ, ਜਦੋਂ ਸਾਰੇ ਹੱਥਲ ਹੋ ਕੇ ਬਹਿ ਗਏ ਨੇ, ਕਿਸੇ ਪਾਸੇ ਰੁਜ਼ਗਾਰ ਨਹੀਂ ਰਿਹਾ ਤੇ ਸਭ ਲੋਕਡਾਊਨ ਕਾਰਨ ਘਰਾਂ ਵਿੱਚ ਬੰਦ ਨੇ। ਇਸ ਸਿਲਸਿਲੇ ਵਿੱਚ ਅਸੀਂ ਗੱਲ ਕਰ ਰਹੇ ਹਾਂ ਸੀਨੀਅਰ ਪੱਤਰਕਾਰ ਵਿਸ਼ਲੇਸ਼ਣਕਾਰ ਸਰਦਾਰ ਹਮੀਰ ਸਿੰਘ ਨਾਲ। ਹਮੀਰ ਸਿੰਘ ਜੀ, ਟੀਵੀ ਪੰਜਾਬ 'ਤੇ ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਮੀਰ ਸਿੰਘ ਜੀ, ਇਹੀ ਹੈ ਕਿ ਸਵਾਲ ਇਸ ਵੇਲੇ ਤਾਂ ਕਿ ਕੋਵਿਡ-19 ਦੀ ਦਹਿਸ਼ਤ ਦੇ ਸਾਏ ਹੇਠ ਮਜ਼ਦੂਰ ਕੀ ਕਰ ਸਕਦਾ ਹੈ? ਅੱਜ ਤਾਂ ਉਹ ਹੁਣ ਆਪਣਾ ਇੱਕ ਸੰਘਰਸ਼ ਲੈ ਕੇ ਜਾਂ ਕਿਸੇ ਚੌਕ 'ਚ ਖਲੋ ਕੇ ਇਨਕਲਾਬ ਜ਼ਿੰਦਾਬਾਦ ਕਰਨ ਜੋਗਾ ਵੀ ਨਹੀਂ ਰਿਹਾ, ਕਿਉਂਕਿ ਅਸੀਂ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਣਾ ਹੈ ਅਤੇ ਉਹਨੂੰ ਖਤਰਾ ਹੈ, ਰੋਟੀ ਰੋਜ਼ੀ ਤੋਂ ਉਹ ਹੱਥਲ ਹੋਇਆ ਬੈਠਾ ਹੈ। ਅਤੇ ਇਸ ਵੇਲੇ ਸ਼ਹਿਰੀ ਮਜ਼ਦੂਰ ਦੀਆਂ, ਛੋਟੇ ਕਿਰਤੀਆਂ ਦੀਆਂ ਅਤੇ ਪੇਂਡੂ ਮਜ਼ਦੂਰ ਦੀਆਂ ਕਿਹੋ ਜਿਹੇ ਮਸਲੇ ਨੇ, ਉਹ ਸਾਡੇ ਨਾਲ ਤੁਸੀਂ ਜਿਹੜੇ ਬਰੀਕੀ ਨਾਲ ਜੋ ਤੁਸੀਂ ਮਹਿਸੂਸ ਕਰਦੇ ਹੋ ਉਹਦੇ ਬਾਰੇ ਜ਼ਰੂਰ ਗੱਲ ਕਰੋ। ਵੈਸੇ ਤਾਂ ਇਹ ਹੈ ਹੀ ਹੈ ਕਿ ਪਹਿਲਾਂ ਵੀ ਮਜ਼ਦੂਰ ਕਈ ਲੜਾਈਆਂ ਐਸੀਆਂ ਲੜ ਰਿਹਾ ਕਿ ਕਿਉਂਕਿ ਜਦੋਂ ਮਈ ਦਿਵਸ ਸਟਾਰਟ ਹੋਇਆ 1886 ਦੇ ਵਿੱਚ, ਜਿਹੜੀਆਂ ਗੱਲਾਂ ਨੂੰ ਲੈ ਕੇ ਉਹ ਸਟਾਰਟ ਹੋਇਆ ਸੀ, ਕੰਮ ਦੇ ਘੰਟੇ ਨਿਸ਼ਚਿਤ ਕਰਨਾ, ਕੰਮ ਦੇ ਘੰਟੇ ਘਟਾਉਣਾ ਜਾਂ ਹੋਰ ਸੁਵਿਧਾਵਾਂ ਲੈਣਾ, ਉਹ ਸਾਰੀਆਂ ਉਹ ਵੀ ਪਲਟੀਆਂ ਜਾ ਰਹੀਆਂ ਨੇ ਟੋਟਲ ਦੁਨੀਆ ਦੇ ਵਿੱਚ ਵੀ ਤੇ ਸਾਡੇ ਵੀ। ਸਾਰੇ ਕਾਨੂੰਨ ਹੀ ਬਦਲੇ ਜਾ ਰਹੇ ਨੇ। ਕਾਨੂੰਨ ਬਦਲਣ ਦੇ ਨਾਲ ਇਹ ਹੈ ਕਿ ਜਿਹੜੀਆਂ ਗਰੰਟੀਆਂ ਸੀ ਸੰਵਿਧਾਨਕ ਤੌਰ 'ਤੇ ਅਤੇ ਕਾਨੂੰਨੀ ਤੌਰ 'ਤੇ ਕਿ ਇਹ ਘੱਟੋ ਘੱਟ ਉਜਰਤ ਹੋਏਗੀ, ਕਿਸੇ ਨੂੰ ਤੁਰੰਤ ਕੰਮ ਤੋਂ ਕੱਢਿਆ ਨਹੀਂ ਜਾਏਗਾ, ਜੇ ਕੱਢਿਆ ਜਾਏਗਾ ਤਾਂ ਨੋਟਿਸ ਦਿੱਤਾ ਜਾਏਗਾ, ਇੰਨੀ ਘੱਟੋ ਘੱਟ ਸੈਲਰੀ ਜ਼ਰੂਰ ਮਿਲੇਗੀ, ਉਹ ਮਿਲੇਗੀ। ਉਹ ਸਾਰੀਆਂ ਜਿਹੜੀਆਂ ਚੀਜ਼ਾਂ ਸੀ, ਜਾਂ ਉਹਦਾ ਕੋਈ ਇੰਸ਼ੋਰੈਂਸ ਹੋਏਗਾ, ਉਹਦੀ ਸਿਹਤ ਦਾ ਖਿਆਲ ਰੱਖਿਆ ਜਾਏਗਾ, ਉਹਦੀਆਂ ਬਾਕੀ ਦੀਆਂ ਜਿਹੜੀਆਂ ਚੀਜ਼ਾਂ ਨੇ। ਹੁਣ ਉਹ ਕਾਫੀ ਲੰਮੇ ਸਮੇਂ ਤੋਂ ਜਿਹੜਾ ਇੱਕ ਟਰੈਕ ਤਬਦੀਲ ਹੋਇਆ ਹੈ ਚੀਜ਼ਾਂ ਦਾ, ਔਰ ਇਹ ਅਸਲ ਦੇ ਵਿੱਚ ਕਿਰਤ ਤੇ ਪੂੰਜੀ ਦੋਨਾਂ ਦੀ ਲੜਾਈ ਦਾ ਸਵਾਲ ਹੈ। ਪੂੰਜੀ ਅਹਿਮੀਅਤ ਲੈਂਦੀ ਜਾ ਰਹੀ ਹੈ ਤੇ ਕਿਰਤ ਉਹਦੇ ਤੋਂ ਬਹੁਤ ਪਛੜਦੀ ਗਈ ਲੋਕਾਂ ਦੇ, ਪਾਲਿਸੀ ਮੇਕਰਾਂ ਦੇ, ਨੀਤੀ ਘਾੜਿਆਂ ਦੇ ਜ਼ਿਹਨ ਦੇ ਵਿੱਚੋਂ। ਉਹਦੇ ਕਰਕੇ ਤੰਗੀ ਤਾਂ ਪਹਿਲਾਂ ਹੀ ਆ ਰਹੀ ਸੀ। ਇਸੇ ਕਰਕੇ ਤਕਨੀਕ ਦੀ ਆਟੋਮਾਈਜੇਸ਼ਨ ਹੋਣ ਦੇ ਨਾਲ ਰੁਜ਼ਗਾਰ ਘਟਦੇ ਜਾ ਰਹੇ ਨੇ, ਰੁਜ਼ਗਾਰ ਖੋਂਦਾ ਜਾ ਰਿਹਾ ਮਨੁੱਖ ਪਹਿਲਾਂ ਦੇ ਮੁਕਾਬਲੇ। ਔਰ ਬੇਰੁਜ਼ਗਾਰੀ ਦਾ ਆਲਮ ਪਹਿਲਾਂ ਕਿਸੇ ਵੀ ਸਮੇਂ ਦੇ ਨਾਲੋਂ, ਜੇ ਸਾਡੇ ਦੇਸ਼ ਦੇ ਵਿੱਚ ਹੀ ਅਸੀਂ ਕਹੀਏ, ਪਿਛਲੇ 45 ਸਾਲਾਂ ਦਾ ਡਾਟਾ ਆਇਆ ਕਿ 2017-18 ਦੇ ਵਿੱਚ ਹੀ ਸਭ ਤੋਂ ਜ਼ਿਆਦਾ ਬੇਰੁਜ਼ਗਾਰੀ ਇਸ ਸਮੇਂ ਰਹੀ ਹੈ ਜੀ। ਇਸ ਵੇਲੇ ਹਾਲਾਤ ਬਹੁਤ ਮਾੜੇ ਨੇ। ਸੰਕਟ ਦੀ ਗੱਲ ਕਰੀਏ, ਇਹਦੇ 'ਚ ਤਾਂ ਹੋਰ ਵੀ ਕਾਰੋਬਾਰ ਬੰਦ ਹੋ ਗਏ ਜੀ। ਜਿਹੜੇ ਮਾੜੇ ਮੋਟੇ ਚੱਲਦੇ ਕਾਰੋਬਾਰ ਸੀ, ਈਵਨ ਇੱਥੋਂ ਤੱਕ ਕਿ ਜਿਹੜੇ ਚੰਗੀਆਂ ਤਨਖਾਹਾਂ ਵਾਲੇ ਠੀਕ ਠਾਕ ਵੀ ਸੀ, ਉਹਨਾਂ 'ਚੋਂ ਵੀ ਕਈਆਂ ਨੂੰ ਮਜ਼ਦੂਰਾਂ ਦੇ
ਮਤਲਬ ਪਾਸੇ ਜਾਣ ਦੇ ਲਈ ਮਜਬੂਰ ਹੋਣਾ ਪਏਗਾ ਜੇਕਰ ਹਾਲਾਤ ਇਹੀ ਰਹਿੰਦੇ ਨੇ। ਔਰ ਜਿਹੜੀ ਲੋਅਰ ਮਿਡਲ ਕਲਾਸ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਉਹਦੇ ਕੋਲ ਥੋੜ੍ਹਾ ਬਹੁਤ ਸੀ। ਔਰ ਇਹਦੇ 'ਚੋਂ ਵੀ ਦੋ ਵਖਰੇਵੇਂ ਨੇ ਬਹੁਤ ਵੱਡੇ। ਇੱਕ ਆਰਗੇਨਾਈਜ਼ਡ ਸੈਕਟਰ ਦਾ ਮਜ਼ਦੂਰ ਹੈ ਜਿਹੜਾ ਸੰਗਠਿਤ ਖੇਤਰ ਹੈ ਜੀ, ਜਿਹਨੂੰ ਵੱਜਵੀਂ ਤਨਖਾਹ ਮਿਲਦੀ ਹੈ, ਜਿਹਦੇ ਵੱਜਵੇਂ ਘੰਟੇ ਨੇ, ਵੱਜਵੀਆਂ ਚੀਜ਼ਾਂ ਨੇ। ਉਹ ਸਾਰਾ ਹੀ ਸਾਡੇ ਦੇਸ਼ ਦੇ ਵਿੱਚ ਲਗਭਗ 7% ਹੈ। ਬਾਕੀ 93% ਗੈਰ ਸੰਗਠਿਤ ਖੇਤਰ ਦਾ ਮਜ਼ਦੂਰ ਹੈ ਜਿਹਨੂੰ ਕੰਮ ਮਿਲ ਗਿਆ, ਨਾ ਮਿਲ ਗਿਆ, ਅੱਜ ਕਿਤੇ ਦੇਖਣਾ, ਕੱਲ੍ਹ ਕਿਤੇ ਦੇਖਣਾ, ਪਰਸੋਂ ਕਿਤੇ ਦੇਖਣਾ। ਔਰ ਇਸੇ ਕਰਕੇ ਜਿਹਦੇ 'ਚ ਇਹ ਕਿਹਾ ਜਾਂਦਾ, ਆਮ ਲੋਕ ਇਹ ਕਹਿ ਰਹੇ ਨੇ, ਜਾਂ ਇੱਕ ਕਾਫੀ ਵੱਡੇ ਅਰਥ ਸ਼ਾਸਤਰੀ ਨੇ ਜੋਸਫ ਸਟਿਗਲਿਟਸ, ਜਿਹੜੇ ਕਹਿ ਰਹੇ ਨੇ ਕਿ ਮਾਡਲ 1% ਬਨਾਮ 99%, 1% ਦੇ ਫੇਵਰ 'ਚ ਜਾਂਦਾ ਅਤੇ 99% ਦੇ ਖਿਲਾਫ ਜਾਂਦਾ। ਔਰ ਜਿਹਦੇ ਕਰਕੇ ਇਹ ਉਹਦੇ 'ਤੇ ਵੀ ਸੋਚਣ ਦਾ ਸਵਾਲ ਹੈ। ਲਗਾਤਾਰ ਹਰ ਵਾਰ ਲੋਕ ਸੋਚਦੇ ਵੀ ਨੇ ਇਸ ਮਾਮਲੇ ਦੇ ਵਿੱਚ। ਔਰ ਅੱਜ ਤਾਂ ਜਦੋਂ ਆਪਾਂ ਇਹ ਦੇਖਦੇ ਹਾਂ, ਹੁਣ ਵੀ ਕਰੋਨਾ ਦੇ ਮਾਮਲੇ ਦੇ ਵਿੱਚ ਵੀ ਇੱਕ ਕਲਾਸ ਐਂਗਲ ਹੈ, ਇੱਕ ਬਹੁਤ ਵੱਡਾ ਊਚ ਨੀਚ ਦਾ ਫਰਕ ਹੈ। ਜਿਹੜੇ ਬੰਦੇ ਕਿਸੇ ਵੀ ਗੱਲੋਂ ਪ੍ਰਭਾਵਸ਼ਾਲੀ ਨੇ, ਚਾਹੇ ਉਹ ਪੈਸੇ ਪੱਖੋਂ ਪ੍ਰਭਾਵਸ਼ਾਲੀ ਨੇ, ਚਾਹੇ ਉਹ ਸਿਆਸੀ ਪੱਖੋਂ ਪ੍ਰਭਾਵਸ਼ਾਲੀ ਨੇ, ਚਾਹੇ ਉਹ ਕਲਾਸ ਪੱਖੋਂ ਪ੍ਰਭਾਵਸ਼ਾਲੀ ਨੇ, ਬੇਸ਼ੱਕ ਉਹ ਧਾਰਮਿਕ ਕਿਸੇ ਸੰਗਠਨ ਦੇ ਪੱਖੋਂ ਪ੍ਰਭਾਵਸ਼ਾਲੀ ਨੇ, ਉਹਨਾਂ ਸਭ ਨੂੰ ਕਿਸੇ ਨੂੰ ਜਹਾਜ਼ ਰਾਹੀਂ, ਕਿਸੇ ਨੂੰ ਲਗਜ਼ਰੀ ਬੱਸਾਂ ਰਾਹੀਂ, ਕਿਸੇ ਨੂੰ ਕਾਰਾਂ ਸਪੈਸ਼ਲ ਗੱਡੀਆਂ ਦੇ ਪਾਸ ਦੇ ਕੇ ਉਹਨਾਂ ਦੇ ਘਰਾਂ ਤੱਕ ਪਹੁੰਚਾਇਆ ਜਾ ਰਿਹਾ। ਕਿਰਤੀ ਜਿਹੜਾ ਹੈ ਉਹਨੂੰ ਡੰਗਰਾਂ ਵਾਂਗ, ਪਸ਼ੂਆਂ ਵਾਂਗ ਕੁੱਟ ਕੇ ਤੁਸੀਂ ਸਕੂਲਾਂ ਦੇ ਵਿੱਚ ਭਰਤੀ, ਸਕੂਲ ਰਹਿਣ ਲਈ ਥੋੜ੍ਹੀ ਹੁੰਦੇ ਨੇ, ਦਿਨ ਨੂੰ ਪੜ੍ਹਨ ਲਈ ਹੁੰਦੇ ਨੇ, ਨਾ ਉੱਥੇ ਨਹਾਉਣ ਦਾ, ਨਾ ਧੋਣ ਦਾ, ਨਾ ਵਖਰੇਵਾਂ, ਨਾ ਬਾਕੀ ਜਿੰਨਾ। ਕਰੋੜਾਂ ਮਜ਼ਦੂਰ ਤੁਸੀਂ ਇਸ ਕਰਕੇ ਰੱਖਿਆ, ਤੁਸੀਂ ਆਰਡਰ ਕਰਦੇ ਹੋ ਕਿ ਜੀ ਨਹੀਂ, ਤੁਹਾਨੂੰ ਨਹੀਂ ਜਾਣ ਦੇਣਾ ਆਪਣੇ ਘਰਾਂ 'ਚ। ਔਰ ਉਹਦੇ ਨਾਲ ਕੀ ਹੁੰਦਾ ਕਿ ਜਦੋਂ ਬੰਦਾ ਤੁਰਦਾ ਹੈ, ਇੰਡੀਅਨ ਐਕਸਪ੍ਰੈਸ 'ਚ ਇੱਕ ਸਟੋਰੀ ਕੱਲ੍ਹ ਹੀ ਪਰਸੋਂ ਸੀ ਕਿ ਇੱਕ ਮੁੰਡਾ, ਨੌਜਵਾਨ ਮੁੰਡਾ 26-27 ਸਾਲਾਂ ਦਾ, 500 ਕਿਲੋਮੀਟਰ ਤੁਰ ਕੇ ਆਉਂਦਾ ਹੈ ਔਰ ਠੀਕ ਠਾਕ ਆ ਵੀ ਜਾਂਦਾ ਉੱਥੇ ਤੱਕ, ਅਤੇ ਉਹ ਮੁੰਡਾ ਆ ਕੇ ਦੂਜੇ ਦਿਨ ਮਰ ਜਾਂਦਾ ਕਿਉਂਕਿ ਰਸਤੇ ਦੇ ਵਿੱਚ ਭੁੱਖਣ ਭਾਣਾ, ਕਿਤੇ ਬਿਸਕੁਟ ਮਿਲ ਗਿਆ, ਨਾ ਮਿਲ ਗਿਆ, ਖਾ ਲਿਆ, ਨਾ ਖਾ ਲਿਆ, ਐਡੀ ਲੰਬੀ ਯਾਤਰਾ ਤੈਅ ਕਰਕੇ ਕਿਵੇਂ ਆਇਆ, ਬਚਦਾ ਬਚਾਉਂਦਾ। ਉਹ ਇਹ ਹਾਲਤ ਹੈ। ਇਹਦੇ 'ਚ ਵੀ ਦੋਨਾਂ ਧਿਰਾਂ ਦੇ ਵਿੱਚ ਸਾਨੂੰ ਸਾਫ਼ ਚੀਜ਼ਾਂ ਨਜ਼ਰ ਆ ਰਹੀਆਂ ਨੇ ਕਿਉਂਕਿ ਉਹਦੇ ਲਈ ਕੋਈ ਬਹੁਤ ਵੱਡੀ ਆਵਾਜ਼ ਨਹੀਂ ਉਠਾ ਰਿਹਾ, ਦੂਜੇ ਲਈ ਆਵਾਜ਼ ਕਿਤੇ ਨਾ ਕਿਤੇ ਉੱਠਦੀ ਹੈ, ਲੋਕ ਰਾਏ ਕਿਤੇ ਨਾ ਕਿਤੇ ਉੱਠਦੀ ਹੈ। ਹਾਂ, ਮੈਂ ਇਹ ਪੁੱਛਣਾ ਚਾਹੁੰਦੀ ਹਾਂ ਕਿ ਸੂਚਨਾ ਤਕਨੋਲੋਜੀ ਦਾ ਵਹਾਅ ਨਹੀਂ ਕਹਾਂਗੇ ਆਪਾਂ, ਉਹਨੂੰ ਹੜ੍ਹ ਆਖਾਂਗੇ। ਇੱਕ ਤਰ੍ਹਾਂ ਹੜ੍ਹ ਆਇਆ ਹੋਇਆ ਹੈ ਸਾਡੇ ਕੋਲੇ। ਸੂਚਨਾ ਤਕਨੋਲੋਜੀ ਵਾਲੇ ਹਰ ਇੱਕ ਬੰਦੇ ਕੋਲੇ, ਬੱਚੇ ਕੋਲੇ ਵੀ ਯੰਤਰ ਨੇ ਕਿ ਫੋਨ 'ਤੇ ਝੱਟ ਤਸਵੀਰ ਖਿੱਚ ਲਈ ਜਾਂਦੀ ਹੈ, ਜਾਂ ਹਰ ਤਰ੍ਹਾਂ ਦੀ ਸੂਚਨਾ ਸਾਨੂੰ ਝੱਟ ਮਿਲ ਜਾਂਦੀ ਹੈ। ਪਰ ਕੋਵਿਡ-19 ਦੇ ਦੌਰਾਨ ਜਿਸ ਤਰ੍ਹਾਂ ਦਿੱਲੀ ਸਮੇਤ ਹੋਰ ਮਹਾਨਗਰਾਂ ਵਿੱਚੋਂ, ਵੱਡੇ ਸ਼ਹਿਰਾਂ ਵਿੱਚੋਂ, ਵੱਡੀਆਂ ਹਕੂਮਤੀ ਜਿਹੜੇ ਕੇਂਦਰ ਨੇ, ਉਹਨਾਂ ਥਾਵਾਂ ਤੋਂ ਜਿਸ ਤਰ੍ਹਾਂ ਪੇਂਡੂ ਕਿਰਤੀ ਬੰਦਾ, ਵੱਖ-ਵੱਖ ਰਾਜਾਂ ਦਾ ਕਿਰਤੀ ਗਰੀਬ ਬੰਦਾ ਖਾਰਜ ਹੋਇਆ, ਅਤੇ ਜਿਸ ਤਰ੍ਹਾਂ ਉਹਨੂੰ ਕਿਵੇਂ ਵੀ ਕਿਸੇ ਨੇ ਵੀ ਉਹਦੀ ਬਾਂਹ ਨਹੀਂ ਫੜੀ ਅਤੇ ਉਹਨੇ ਭਰੋਸਾ ਨਹੀਂ ਉਹਨੂੰ ਦਿਵਾਇਆ ਗਿਆ ਕਿ ਕੋਈ ਨਾ ਔਖਾ ਵੇਲਾ ਸ਼ਹਿਰ ਤੈਨੂੰ ਝੱਲੇਗਾ। ਸ਼ਹਿਰ ਨੇ ਨਹੀਂ ਝੱਲਿਆ, ਪਿੰਡੋਂ ਤੋਂ ਬਹੁਤ ਦੂਰ ਹੈ ਅਤੇ ਉਹ ਵਿੱਚ ਵਿਚਾਲੇ ਡੋਲਦਾ ਰਿਹਾ। ਅਤੇ ਇਸ ਵੇਲੇ ਹੁਣ ਉਹਦੇ ਲਈ ਮਈ ਦਿਵਸ ਦਾ ਕੀ ਮਹੱਤਵ ਰਹਿ ਗਿਆ ਅਤੇ ਉਹਦੀ ਜ਼ਿੰਦਗੀ ਦਾ ਕੀ ਮਹੱਤਵ ਹੈ ਇਸ ਮੁਲਕ ਲਈ, ਜਿਉਂ-ਜਿਉਂ ਪ੍ਰੋਡਕਸ਼ਨ ਵੱਧ ਰਹੀ ਹੈ ਅਤੇ ਪਰ ਉਹਦੇ ਤੋਂ ਸਾਧਨ ਹੋਰ ਖੁੱਸ ਰਹੇ ਨੇ। ਕਹਿਣ ਦੇ ਨਾਂ 'ਤੇ ਤਾਂ ਅਸੀਂ ਮਈ ਦਿਵਸ ਮਨਾਉਂਦੇ ਹਾਂ, ਅਸੀਂ ਕੁਛ ਰਾਈਟਸ ਮਿਲੇ, ਸਾਡੇ ਕੋਲ ਰਾਈਟਸ ਇਸ ਤਰ੍ਹਾਂ ਮਿਲੇ ਕਿ ਤੁਸੀਂ ਰੋਟੀ ਰੋਜ਼ੀ ਮਰਿਆਦਾ ਨਾਲ ਮਿਲੋਗੇ, ਤੁਹਾਨੂੰ ਸਤਿਕਾਰ, ਸਭ ਤੋਂ ਵੱਡੀ ਗੱਲ ਸੀ ਕਿ ਮਜ਼ਦੂਰ ਦਾ ਸਤਿਕਾਰ ਬਹਾਲ ਹੋਵੇ, ਅਤੇ ਦੂਸਰੀ ਗੱਲ ਉਹਦੇ ਕੰਮ ਦੇ ਘੰਟੇ ਨਿਰਧਾਰਤ ਹੋਣ, ਉਹ ਸੋਚ ਸਕੇ ਬਾਕੀ ਸਮੇਂ 'ਚ, ਇੱਕ ਚਿੰਤਨਸ਼ੀਲ ਮਨੁੱਖ ਵੀ ਬਣ ਸਕੇ, ਉਹਦੇ ਮਨੋਰੰਜਨ ਦਾ ਵੀ ਖਿਆਲ ਰੱਖਿਆ ਜਾਵੇ। ਪਰ ਜਿਸ ਤਰ੍ਹਾਂ ਹੁਣ ਦਿੱਲੀ ਵਾਲੀ ਘਟਨਾ ਅਤੇ ਹੋਰ ਵੱਡੇ ਸ਼ਹਿਰਾਂ 'ਚੋਂ ਮਜ਼ਦੂਰ ਤੁਰੇ ਅਤੇ ਉਹਨਾਂ ਨੂੰ ਪਹੁੰਚਣ ਵੀ ਨਹੀਂ ਦਿੱਤਾ ਗਿਆ, ਇਹ ਬਹੁਤ ਖਤਰਨਾਕ ਵਰਤਾਰਾ ਆ। ਇਹ ਹੋਰ ਕਿਸ ਤਰ੍ਹਾਂ ਦੇ ਰੂਪ ਲਏਗਾ ਭਵਿੱਖ ਵਿੱਚ? ਨਹੀਂ, ਵਰਤਾਰਾ ਓਵਰਆਲ ਇਦੋਂ ਪਹਿਲਾਂ ਵੀ ਦਿਖਾਈ ਦਿੰਦਾ, ਸਾਰੇ ਮਜ਼ਦੂਰਾਂ ਦਾ ਇਹ ਦਿਖਾਈ ਦਿੰਦਾ ਕਿ ਉਹ ਡੇਲੀ ਦੀ ਦਿਹਾੜੀ ਜਿੰਨੀ ਕਰਦਾ ਉਹਦੇ ਨਾਲ ਉਹਦੀ ਰੋਜੀ ਰੋਟੀ ਵੀ ਚੱਲਣ ਦੀ ਪੋਜੀਸ਼ਨ ਨਹੀਂ ਹੁੰਦੀ ਜੀ। ਇਸੇ ਕਰਕੇ ਸਾਰੀ ਜ਼ਿੰਦਗੀ ਦੀ ਕਿਰਤ ਉਹਦੀ ਜਿਹੜੀ ਹੈ, ਉਹਦੇ ਇੰਨੇ ਕੁ ਜੋਗਾ ਵੀ ਬਚਤ ਕਰਨ ਦੀ ਕਪੈਸਿਟੀ ਉਹਦੇ 'ਚ ਸਮਰੱਥਾ ਪੈਦਾ ਨਹੀਂ ਕਰਦੀ ਕਿ ਉਹ ਜੇ ਮਹੀਨਾ ਉਹਦੇ 'ਤੇ ਕੋਈ ਸੰਕਟ ਆ ਗਿਆ, ਜਾਂ ਕੋਈ ਬਿਮਾਰੀ ਆ ਗਈ, ਜਾਂ ਕੋਈ ਗੱਲ ਹੋ ਗਈ, ਜਾਂ ਆਪਦੇ ਬੱਚੇ ਨੂੰ ਠੀਕ ਪੜ੍ਹਾਉਣ ਦੀ ਫੀਸ ਦੇ ਕੇ ਇਹ ਕੁਝ ਵੀ ਕਰਨ ਦੇ ਸਮਰੱਥ ਨਹੀਂ। ਔਰ ਇਸੇ ਕਰਕੇ ਇਹ ਹੈ ਕਿ ਕਿਰਤ ਦੇ ਸਵਾਲ ਦੇ ਉੱਤੇ ਸਾਡੇ ਲਈ ਬਹੁਤ ਵੱਡੇ ਸਵਾਲ ਨੇ। ਔਰ ਪੰਜਾਬੀ ਬੰਦਾ ਜਾਂ ਹਿੰਦੁਸਤਾਨ ਤੋਂ ਲੋਕ ਕਿਉਂ ਬਾਹਰ ਭੱਜਣਾ ਚਾਹੁੰਦੇ ਨੇ? ਬਾਹਰ ਉਹਨੂੰ ਇਹ ਪਤਾ, ਜੇ ਉਹ ਕੈਨੇਡਾ ਜਾਣਾ ਚਾਹੁੰਦਾ ਉਹਨੂੰ ਕੁਝ ਨਹੀਂ ਪਤਾ, ਉਹ ਬਹੁਤ ਦਰੇਕ ਕਰਦਾ, ਅੰਦਰੋਂ ਟੁੱਟਦਾ ਬੰਦਾ
ਆਪਦੇ ਭੋਏ ਨਾਲੋਂ, ਜੰਮਣ ਭੋਏ ਨਾਲੋਂ ਟੁੱਟ ਕੇ ਜਾਂ ਆਪਦੇ ਸੱਭਿਆਚਾਰ ਨਾਲੋਂ। ਪਰ ਉਹਨੂੰ ਇਹ ਲੱਗਦਾ ਹੈ ਕਿ ਜੇਕਰ ਮੈਂ ਜਾ ਕੇ ਉੱਥੇ ਕੋਈ ਰੁਜ਼ਗਾਰ ਭਾਲੂੰਗਾ, ਮਿਲ ਜੂਗਾ ਛੋਟਾ ਮੋਟਾ, ਹੈ ਕੈਜੂਅਲ ਹੈ ਉੱਥੇ ਵੀ ਕੰਮ, ਰੋਜ਼ ਭਾਲਣਾ ਪੈਂਦਾ ਹੈ, ਆਲੇ ਦੁਆਲੇ ਜਾਣਾ ਪੈਂਦਾ ਹੈ। ਕੋਈ ਐ ਨਹੀਂ ਕਿ ਵਰਲਡ ਦੇ ਵਿੱਚ ਕੋਈ ਬਹੁਤ ਜ਼ਿਆਦਾ ਮਜ਼ਦੂਰਾਂ ਲਈ ਕਿਤੇ ਇਹੋ ਜਿਹੀ ਗੱਲ ਹੈ। ਪਰ ਮੁਕਾਬਲਤਾ ਉਹਨੂੰ ਇਹ ਲੱਗਦਾ ਕਿ ਜੇ ਮੈਂ ਫਲਾਨੀ ਜਗ੍ਹਾ ਕੰਮ ਕਰੂੰ $14 ਸ਼ਾਮ ਨੂੰ ਮਿਲ ਜਾਣੇ ਨੇ, ਬਿਲਕੁਲ ਘੱਟੋ ਘੱਟ ਮਿਲ ਜਾਣੀ ਹੈ। ਇਸੇ ਕਰਕੇ ਜਿਹੜੇ ਬੱਚਿਆਂ ਨੂੰ ਇੱਥੇ ਅਸੀਂ ਕਹਿੰਦੇ ਵੀ ਕੰਮ ਨਹੀਂ ਕਰਦੇ, ਉੱਥੇ ਜਾ ਕੇ 18 ਘੰਟੇ ਕਰਦੇ ਨੇ। ਹਾਲਾਂਕਿ ਉਹਨਾਂ ਤੋਂ ਵੀ ਮਕਾਨਾਂ ਦੇ ਕਿਰਾਏ ਪੂਰੇ ਹੁੰਦੇ ਨੇ, ਉਹਨਾਂ ਤੋਂ ਵੀ ਬਾਕੀ ਚੀਜ਼ਾਂ ਨੇ, ਪਰ ਕੰਮ ਤੇ ਤਾਂ ਕਦਰ ਉਹਨਾਂ ਨੂੰ ਲੱਗ ਰਹੀ ਹੈ ਕਿ ਸਾਨੂੰ ਮਿਲ ਰਿਹਾ ਤੇ ਸਾਨੂੰ ਪੈਸੇ ਮਿਲ ਰਹੇ ਨੇ। ਸਾਡੇ ਅਸਲ ਦੇ ਵਿੱਚ ਜੇਕਰ ਅਸੀਂ ਇਹ ਦੇਖੀਏ, ਇਹ ਧਰਤੀ ਗੁਰੂ ਨਾਨਕ ਦੀ ਧਰਤੀ ਹੈ, ਜਿੱਥੇ ਸਟਾਰਟਿੰਗ ਪੁਆਇੰਟ ਜਿਹੜਾ ਫੰਡਾਮੈਂਟਲ ਸਵਾਲ ਹੈ, ਬੁਨਿਆਦੀ ਸਵਾਲ ਹੈ, ਉਹ ਕਿਰਤ ਕਰੋ ਤੋਂ ਸਟਾਰਟ ਹੁੰਦਾ ਹੈ। ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਔਰ ਕਿਰਤੀ ਦੇ ਵਿੱਚ ਜਿੱਥੇ ਗੁਰੂ ਨਾਨਕ ਸਾਹਿਬ ਕੱਲਾ ਕਹਿੰਦੇ ਨਹੀਂ, ਸਿਧਾਂਤ ਦੇ ਤੌਰ ਤੇ ਜ਼ਿੰਦਗੀ ਦੇ ਅਮਲ, ਤਰਜੇ ਅਮਲ ਦੇ ਵਿੱਚ ਵੀ ਉਹਨਾਂ ਨੇ ਉਹ ਮਲਕ ਭਾਗੋ ਦੀ ਬਹੁਤ ਛੱਤੀ ਭਗਵਾਨ ਛੱਡ ਕੇ ਭਾਈ ਲਾਲੋ ਦੀ ਗੋਦਰੇ ਦੀ ਰੋਟੀ ਖਾਣ ਜਾਂਦੇ ਨੇ, ਬਾਵਜੂਦ ਇਹਦੇ ਕਿ ਉਹ ਮਲਕ ਭਾਗੋ ਨੂੰ ਨਾਰਾਜ਼ ਕਰਨ ਦੀ ਲਾਗਤ ਤੇ ਵੀ, ਕਾਸਟ ਤੇ ਵੀ, ਕੀਮਤ ਤੇ ਵੀ ਉਹ ਕਹਿੰਦੇ ਨੇ ਮੈਂ ਇੱਧਰ ਖਾਣਾ। ਫਿਰ ਉਹ ਆਪਣੀ ਜ਼ਿੰਦਗੀ ਦੇ ਆਖਰੀ ਸਾਲ ਵੀ ਕਰਤਾਰਪੁਰ ਸਾਹਿਬ ਦੇ ਵਿੱਚ ਆ ਕੇ ਖੇਤੀ ਕਰਕੇ ਗੱਲ ਕਰਦੇ ਨੇ। ਹਾਲਾਂਕਿ ਕੋਈ ਕਾਰਨ ਇਹ ਨਹੀਂ ਸੀ ਕਿ ਉਹਨਾਂ ਦੀ ਰੋਜੀ ਰੋਟੀ ਨਾ ਚੱਲਦੀ ਹੋਵੇ ਜਾਂ ਕੁਛ ਨਹੀਂ ਹੈ, ਪਰ ਕਿਉਂਕਿ ਉਹਨਾਂ ਨੇ ਆਪਣੇ ਜਿਹੜਾ ਇੱਕ ਸੋਚ ਦੀ ਪ੍ਰਕਿਰਿਆ, ਸੋਚ ਪ੍ਰਣਾਲੀ ਹੈ, ਉਹਨੂੰ ਜ਼ਮੀਨ ਤੇ ਉਤਾਰਨ ਦਾ ਵੀ ਉਵੇਂ ਕੰਮ ਕੀਤਾ ਤਾਂ ਕਿ ਲੋਕਾਂ ਨੂੰ ਕੋਈ ਤਕਲੀਫ ਉਸ ਲੈਵਲ ਤੇ ਨਾ, ਇੱਕ ਮਾਡਲ ਪੇਸ਼ ਕੀਤਾ ਉਹਨਾਂ ਨੇ ਇਸ ਸਾਰੇ ਸਟਾਰਟ ਦੇ ਵਿੱਚ। ਤੇ ਸਾਡੇ ਅਸਲ ਦੇ ਵਿੱਚ ਇਹ ਹੈ, ਸਾਨੂੰ ਇੱਕ ਕਹਾਣੀ ਪੜ੍ਹਾਈ ਜਾਂਦੀ ਸੀ, ਹੁਣ ਉਹ ਸਿਲੇਬਸ ਚੋਂ ਕੱਢ ਦਿੱਤੀ ਗਈ ਹੈ, ਕਿ ਗੁਰੂ ਗੋਬਿੰਦ ਸਿੰਘ ਨੇ ਕਿਸੇ ਬੱਚੇ ਨੂੰ ਪੁੱਛਿਆ, ਬੇਟਾ ਪਾਣੀ ਲਿਆਓ। ਉਹਨੇ ਪਾਣੀ ਲਿਆਂਦਾ, ਉਹਦੇ ਹੱਥ ਮਾਲੂਕ ਜੇ ਦੇਖ ਕੇ ਵੀ ਤੇਰੇ ਤਾਂ ਮਾੜਾ ਮੋਟਾ ਵੀ ਅਟਣ ਨਹੀਂ ਹੈ ਕੋਈ, ਉਹ ਕਹਿੰਦਾ ਤੂੰ ਕੰਮ ਨਹੀਂ ਕਰਦਾ, ਮੈਂ ਤੇਰਾ ਪਾਣੀ ਨਹੀਂ ਪੀਣਾ। ਤੇ ਜਿਹੜਾ ਬੰਦਾ ਕਿਰਤ ਨਹੀਂ ਕਰਦਾ, ਜਿਹੜਾ ਬੰਦਾ ਕੰਮ ਨਹੀਂ ਕਰਦਾ, ਮੈਂ ਨਹੀਂ। ਉਹ ਕੱਢ ਦਿੱਤੀ ਗਈ ਹੈ ਚੀਜ਼, ਕਿਉਂਕਿ ਉਹ ਚੀਜ਼ਾਂ ਵੀ ਥੋੜ੍ਹੀਆਂ ਪ੍ਰੇਰਿਤ ਕਰਦੀਆਂ ਸੀ ਇਸ ਪਾਸੇ ਕਿ ਕਿਰਤ ਦਾ ਕੀ ਮਹਾਨਤਾ ਸਾਡੀ ਫਿਲਾਸਫੀ ਦੇ ਵਿੱਚ, ਦਰਸ਼ਨ ਦੇ ਵਿੱਚ। ਔਰ ਉਹ ਕਿਰਤੀ ਆਦਮੀ ਦੇ ਲਈ ਦੋ ਗੱਲਾਂ ਨੇ, ਇੱਕ ਤਾਂ ਸਾਡੇ ਘੱਟੋ ਘੱਟ ਉਜਰਤ ਵੀ ਕਾਨੂੰਨ ਜਿਹੜਾ ਬਣਿਆ ਉਹ ਲਾਗੂ ਵੀ ਹੈ ਨਹੀਂ, ਉਹ ਵੀ ਉਹਨਾਂ ਵੀ ਨਹੀਂ ਦਿੰਦੇ, ਇੱਕ ਉਹ ਹੈ ਬਹੁਤ ਘੱਟ ਹੈ। ਦੂਜੀ ਗੱਲ ਇਹ ਹੈ ਕਿ ਕਿਰਤੀ ਬੰਦੇ ਦਾ ਸਨਮਾਨ ਬਿਲਕੁਲ ਗਾਇਬ ਹੈ। ਔਰ ਜਿਹੜਾ ਬੰਦਾ ਸਾਡੀ ਸਫਾਈ ਦਾ ਕੰਮ ਕਰਦਾ, ਔਰ ਜਿਹੜੇ ਸਫਾਈ ਕਰਨਾ ਸਭ ਤੋਂ ਬਿਹਤਰੀਨ ਕਿੱਤਾ ਹੋਣਾ ਚਾਹੀਦਾ ਤੇ ਸਭ ਤੋਂ ਕੀਮਤੀ ਕਿੱਤੇ ਮੰਨਿਆ ਜਾਣਾ ਚਾਹੀਦਾ, ਸਭ ਤੋਂ ਸਤਿਕਾਰਯੋਗ ਤਾਂ ਹੀ ਮੰਨਿਆ ਜਾਊ ਜੇ ਬਿਹਤਰ ਮੰਨੋਗੇ, ਜੇ ਉਹਨੂੰ ਆਪਣੇ ਚਰਮ ਤੇ ਰੱਖੋਗੇ ਕਿ ਇਹ ਸਭ ਤੋਂ ਵੱਧ ਹੈ। ਜਿਵੇਂ ਨਾਰਮਲੀ ਇਹ ਕਿਹਾ ਜਾਂਦਾ, ਮਾਂ ਬੱਚੇ ਦੀ ਸਫਾਈ ਕਰਦੀ ਆ, ਉਹਨੂੰ ਨਲਾਉਂਦੀ ਆ, ਧਲਾਉਂਦੀ ਆ, ਸਭ ਕੁਝ, ਤਾਂ ਮਾਂ ਦਾ ਰੁਤਬਾ ਰੱਬ ਜਿੱਡਾ ਰੁਤਬਾ ਮੰਨਿਆ ਜਾਂਦਾ। ਤੇ ਜਿਹੜੇ ਬਾਕੀ ਸਫਾਈ ਸੇਵਕ ਸਫਾਈ ਕਰਦੇ ਨੇ, ਉਹਨਾਂ ਦਾ ਰੁਤਬਾ ਕੀ ਹੈ? ਉਹਨੂੰ ਕਹਿੰਦੇ ਉਹ ਉੱਥੇ ਦੂਰ ਬੈਠ ਕੇ ਖੜ ਕੇ ਆਪਦਾ ਖਾਣਾ ਪਵਾ ਲੈ, ਜਿੱਥੇ ਮਰਜ਼ੀ ਰਹਿ, ਤੇਰੇ ਨਾਲ ਸਾਡਾ ਨੇੜਤਾ ਨਹੀਂ ਹੋਣੀ ਚਾਹੀਦੀ। ਇਹ ਤਾਂ ਹੁਣ ਕਰੋਨਾ ਕਰਕੇ ਉਹਨਾਂ ਨੂੰ ਵਿਚਾਰਿਆਂ ਨੂੰ ਹੱਲਾ ਸੇਰੀ ਦੇਣ ਲਈ ਸਨਮਾਨਿਤ ਕਰਨ ਦਾ ਇੱਕ ਥੋੜਾ ਜਿਹਾ ਮਿਡਲ ਕਲਾਸ ਦਾ ਸੋਸ਼ਾ ਲੱਭ ਗਿਆ ਫਾਰ ਦੀ ਟਾਈਮ ਬੀਇੰਗ, ਫਸੀ ਹੋਈ। ਬਾਕੀ ਸਮੇਂ ਦੇ ਵਿੱਚ ਤੁਸੀਂ ਕਿਉਂ ਉਹ ਰਿਗਾਰਡ, ਉਹ ਸਤਿਕਾਰ ਤੇ ਉਹ ਨਹੀਂ ਦਿੰਦੇ? ਦੂਜੀ, ਉਹਦੀ ਕਿਰਤ ਦਾ ਮੁੱਲ ਕਿਉਂ ਨਹੀਂ ਦਿੰਦੇ ਜਿੰਨਾ ਉਹ ਕਿਰਤੀ ਦਾ ਸਵਾਲ ਹੈ। ਔਰ ਇਸੇ ਕਰਕੇ ਸਾਡੇ ਲੇਬਰ ਸਸਤੀ ਮਿਲਦੀ ਹੈ। ਹਰ ਇੱਕ ਦੇ ਘਰ ਕਿਸੇ ਦੇ ਪੁੱਛੋ ਜਿਹੜਾ ਮਿਡਲ ਕਲਾਸ ਵਾਲਾ ਬੰਦਾ ਹੈ ਵੀ ਅਸੀਂ ਭਾਂਡਿਆਂ ਵਾਲੀ ਅਲੱਗ ਲਾਈ ਹੈ, ਅਸੀਂ ਫਲਾਨੇ ਵਾਲੀ ਅਲੱਗ ਲਾਈ ਹੈ ਤੇ ਕੋਚੇ ਵਾਲੀ ਅਲੱਗ ਲਾਈ ਹੈ, ਜਿੰਨਾ ਵੀ ਮਿਡਲ ਕਲਾਸ ਹੈ। ਔਰ ਉਹ ਕਿਉਂ ਲਾਈ ਹੈ? ਕਿਉਂਕਿ ਉਹਨੂੰ ਬਹੁਤ ਥੋੜੇ ਪੈਸੇ ਦੇਣੇ ਪੈਂਦੇ ਨੇ। ਫਿਰ ਅਸੀਂ ਕਹਿੰਦੇ ਵੀ ਅਮਰੀਕਾ ਕੈਨੇਡਾ ਦੇਖੋ ਜੀ ਜਾ ਕੇ, ਉੱਥੇ ਤਾਂ ਪ੍ਰਧਾਨ ਮੰਤਰੀ ਆਪਦਾ ਕੰਮ ਆਪ ਕਰਦਾ, ਚਾਹ ਆਪਦੇ ਦਫ਼ਤਰ 'ਚ ਆਪ ਬਣਾਉਂਦਾ, ਫਲਾਨੀ ਜਗ੍ਹਾ ਆਪ ਕਰਦਾ। ਕਿਉਂ? ਕਿਉਂਕਿ ਚਾਹ ਵਾਲੀ ਰੱਖ ਕੇ ਤਾਂ ਦੇਖੋ, ਬਰਤਾਨੀਆ ਦਾ ਪ੍ਰਧਾਨ ਮੰਤਰੀ ਅੱਜ ਕੱਲ੍ਹ ਚਾਹ ਵਰਤਾਉਂਦਾ, ਪੱਤਰਕਾਰਾਂ ਨੂੰ ਦਿਖਾਇਆ ਜਾ ਰਿਹਾ। ਮਰਜ਼ੀ ਦਿਖਾਓ, ਉਹਦਾ ਕਾਰਨ ਇਹ ਹੈ ਕਿ ਜਿਹੜੇ ਨੂੰ ਤੁਸੀਂ ਆਪਣੇ ਸਹਾਇਕ ਦੇ ਤੌਰ ਤੇ ਉਹ ਧੰਦਾ ਕਰਨ ਲਈ ਰੱਖੋਗੇ, ਉਹ ਤੁਹਾਡੀ ਬਰਾਬਰ ਦੀ ਸੈਲਰੀ ਲੈ ਜਾਊਗਾ। ਬਿਲਕੁਲ। ਔਰ ਤੁਸੀਂ ਮਜਬੂਰੀ ਬਸ ਇਹ ਕੰਮ ਕਰ ਰਹੇ ਹੋ, ਤੁਸੀਂ ਬਹੁਤ ਗ੍ਰੇਟ ਇਨਸਾਨ ਦੇ ਤੌਰ ਤੇ ਨਹੀਂ ਕਰ ਰਹੇ। ਔਰ ਇਸੇ ਕਰਕੇ ਜੇ ਸਾਡੇ ਵੀ ਕਿਰਤ ਦਾ ਮੁੱਲ ਉਸ ਲੈਵਲ ਤੇ ਕਰ ਦਿਓ ਤੁਸੀਂ, ਬੰਦੇ ਆਪਣਾ ਕੰਮ ਆਪ ਕਰਨ ਲੱਗ ਜਾਣਗੇ। ਕਿੰਨੀ ਕੁ ਵੱਡੀ ਗੱਲ ਹੈ ਕਿ ਉਹ ਨਹੀਂ ਕਰਨਗੇ ਆਪਣਾ ਕੰਮ। ਇਸ ਕਰਕੇ ਦੋ ਗੱਲਾਂ ਕਿਰਤ ਦੇ ਜਿਹੜੀ ਮਈ ਦਿਹਾੜੇ ਤੇ ਸਭ ਤੋਂ ਮਹੱਤਵਪੂਰਨ ਨੇ, ਕਿਰਤੀ ਦਾ ਸਨਮਾਨ ਬਹਾਲ ਕਰਨਾ ਤੇ ਕਿਰਤ ਦਾ ਵਾਜਬ ਮੁੱਲ ਦੇਣਾ। ਤੇ ਗੁਰੂ ਨਾਨਕ ਸਾਹਿਬ ਦਾ 550 ਸਾਲਾ ਜੇ ਪਿਛਲੇ ਸਾਲ ਮਨਾ ਕੇ ਹਟਿਆ। ਗੁਰੂ ਨਾਨਕ ਸਾਹਿਬ ਨੇ ਤਾਂ ਕਦੇ ਨਹੀਂ ਕਿਹਾ ਹੋਣਾ ਕਿ 550 ਸਾਲਾਂ ਤੇ ਥੋੜੇ ਬਹੁਤ ਲੈਕਚਰਬਾਜੀ ਕਰ ਲਿਓ, ਅਗਲੇ ਸਾਲ ਨਾ ਮਨਾਇਓ। ਉਹਨਾਂ ਨੇ ਤਾਂ ਰੋਜ਼ ਦੀ ਜ਼ਿੰਦਗੀ 'ਚ ਇਹ ਕਿਹਾ ਕਿ ਤੁਹਾਡੀ ਤਰਜੇ ਜ਼ਿੰਦਗੀ ਇਸ ਲੈਵਲ ਦੀ ਹੋਣੀ ਚਾਹੀਦੀ ਹੈ, ਸਵੇਰ ਤੋਂ ਸ਼ਾਮ ਤੱਕ ਇਹ ਹੋਣਾ ਚਾਹੀਦਾ। ਉਹਨਾਂ ਸਮਿਆਂ ਦੇ ਵਿੱਚ ਵੀ ਜਿਹੜਾ ਅਸੀਂ 550 ਸਾਲਾਂ ਵੀ ਮਨਾਇਆ, ਕਿਰਤ ਦੇ ਮੁੱਦੇ ਤੇ ਕਿੰਨੇ ਸੈਮੀਨਾਰ ਹੋਏ,
ਕਿਰਤ ਦੇ ਮੁੱਦੇ ਤੇ ਕੀ ਬਦਲਾਅ ਕੀਤਾ ਇਸ ਸੁਸਾਇਟੀ ਨੇ ਆ ਕੇ ਸਾਡੇ ਸਾਹਮਣੇ, ਜਾਤ ਪਾਤ ਦੇ ਮੁੱਦੇ ਤੇ ਕੀ ਕੀਤਾ, ਜੈਂਡਰ ਦੇ ਮੁੱਦੇ ਤੇ ਕੀ ਕੀਤਾ। ਕੇਵਲ ਬਾਕੀ ਦੇ ਤਾਮਝਾਮ ਕੀਤੇ ਅਸੀਂ, ਜਿਹੜੇ ਅਸਲ ਦੇ ਵਿੱਚ ਕੰਮ ਕਰਨ ਵਾਲੇ ਸੀ, ਉਸ ਫਿਲਾਸਫੀ ਨਾਲ ਗੱਲ ਕਰਨ ਵਾਲੀ ਸੀ ਔਰ ਉਹਨਾਂ ਦੇ ਵੱਲ ਪਿੱਠ ਭਮਾਈ ਸੀ, ਜਿਹੜੇ ਉਧਰ ਮੂੰਹ ਕਰਨ ਵਾਲੀ ਸੀ ਗੱਲ, ਉਸ ਸਿਧਾਂਤ ਵੱਲ, ਉਸ ਪੂਰੇ ਫਿਲਾਸਫੀ ਵੱਲ, ਉਹਦੇ ਵੱਲ ਅਸੀਂ ਝਾਕਣ ਦੀ ਕੋਸ਼ਿਸ਼ ਨਹੀਂ ਕਰਦੇ। ਜਿਵੇਂ ਉਹਦੀ ਜਫਰ ਦੀ ਇੱਕ ਕਵਿਤਾ ਹੈ ਨਾ ਕਿ ਨਾਨਕ ਦੇ ਕੀ ਲੱਗਦੇ ਆ, ਤੇ ਜਿਹਦੇ ਚ ਉਹ ਕਹਿ ਰਿਹਾ ਵੀ ਉਹ ਨਾਨਕ ਸਾਨੂੰ ਚੰਗਾ ਨਹੀਂ ਲੱਗਦਾ, ਜਿਹੜਾ ਮਿਹਨਤੀ ਹੈ, ਜਿਹਦੇ ਬਿਆਈਆਂ ਫਟੀਆਂ ਪਈਆਂ ਨੇ, ਜਿਹਦਾ ਝੁਰੜੀਆਂ ਵਾਲਾ ਮੂੰਹ ਹੋਏਗਾ, ਸਾਨੂੰ ਉਹ ਨਾਨਕ ਚੰਗਾ ਲੱਗਦਾ ਜਿਹੜਾ ਇਸ ਲੈਵਲ ਦਾ ਕਿ ਜਿਹਦੇ ਅਸੀਂ ਧੂਪ ਬੱਤੀ ਕਰ ਸਕੀਏ ਕਰਨਾ। ਇਸ ਤੋਂ ਇਲਾਵਾ ਬਾਬਾ ਬਕਾਲੀ, ਇਸ ਕਰਕੇ ਬਾਬਾ ਨਾਨਕ ਦਾ ਜਿਹੜਾ ਸਵਾਲ ਹੈ, ਜਿਹੜਾ ਫਲਸਫੇ ਦਾ ਸਵਾਲ ਹੈ, ਮੈਨੂੰ ਇਹ ਲੱਗਦਾ ਕਿ ਪੰਜਾਬ ਵਰਗੀ ਧਰਤੀ ਜੇ ਉਜੜ ਰਹੀ ਹੈ ਤੇ ਉਹਦੇ ਪਿੱਛੇ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਅਸੀਂ ਕੁਦਰਤ ਦੇ ਪਸਾਰੇ ਦੇ ਵਿੱਚ ਬਲਿਹਾਰੀ ਕੁਦਰਤ ਵਸੀਏ ਦਾ ਜਿਹੜਾ ਕਨਸੈਪਟ ਹੈ ਉਹ ਤਿਆਗਤਾ, ਅਸੀਂ ਕਿਰਤੀ ਬੰਦਾ ਤਿਆਗਤਾ, ਤੇ ਅਸੀਂ ਮੁਨਾਫੇਖੋਰ ਇੱਕ ਪੋਲਿਟਿਕਸ ਦੇ ਤੇ ਇੱਕ ਮਾਡਲ ਦੇ ਪਿੱਛੇ ਲੱਗੇ ਆ, ਜਿਹਦੇ ਕਰਕੇ ਸਭ ਤੋਂ ਵੱਧ ਸਵਾਲ ਇਸ ਲੈਵਲ ਤੇ ਆ ਰਹੇ ਆ। ਔਰ ਜੇਕਰ ਮੈਂ ਇਹਨੂੰ ਉਸ ਲੈਵਲ ਤੇ ਵੀ ਗੱਲ ਕਰਾਂ ਜਿਹੜੀ ਖੇਤੀ ਦੇ ਜਾਂ ਬਾਕੀ ਦੇ ਮਾਹੌਲ ਦੇ ਸਵਾਲ ਤੇ, ਪੇਂਡੂ ਖੇਤਰ ਦੇ ਵਿੱਚ ਇਹ ਤਾਂ ਸ਼ਹਿਰੀ ਦੇ ਸਵਾਲ ਹੈ। ਪਿੰਡਾਂ 'ਚ ਉਜੜ ਕੇ ਬੰਦੇ ਸ਼ਹਿਰਾਂ 'ਚ ਤਾਂ ਆ ਰਹੇ ਨੇ ਕਿਉਂਕਿ ਪਿੰਡ 'ਚ ਗਰੀਬੀ ਉਦੋਂ ਜ਼ਿਆਦਾ ਹੈ, ਪਿੰਡ 'ਚ ਸਹੂਲਤਾਂ ਉਦੋਂ ਘੱਟ ਨੇ, ਪਿੰਡ 'ਚ ਐਜੂਕੇਸ਼ਨ, ਪਿੰਡ 'ਚ ਸਿਹਤ, ਪਿੰਡ ਦੇ ਵਿੱਚ ਦਿਹਾੜੀ ਉਸ ਲੈਵਲ ਦੀ ਨਹੀਂ ਹੈ। ਪਰ ਮੈਂ ਇੱਕ ਗੱਲ ਤੇ ਟੋਕਣਾ ਚਾਹੁੰਦੀ ਹਾਂ, ਮੈਂ ਇਸ ਗੱਲ ਸੌਰੀ ਪਿੰਡ ਤੱਕ ਜਾਣ ਤੋਂ ਪਹਿਲਾਂ ਮੈਂ ਟੋਕਣਾ ਚਾਹੁੰਦੀ ਹਾਂ ਕਿ ਜਦੋਂ ਬੰਦਾ ਪਿੰਡ ਤੋਂ ਡਿਸਪਲੇਸ ਹੁੰਦਾ ਹੈ, ਇੱਕ ਜਿਹੜਾ ਜਿਹਦੇ ਕੋਲ ਜ਼ਮੀਨ ਹੈ ਨਹੀਂ, ਹੋਰ ਕੋਈ ਪਿੰਡ 'ਚ ਬਹੁਤ ਵੱਡਾ ਸਾਧਨ ਹੈ ਨਹੀਂ ਤੇ ਗਰੀਬ ਬੰਦਾ ਬਹੁਤ, ਜਦੋਂ ਉਹ ਡਿਸਪਲੇਸ ਹੁੰਦਾ ਹੈ, ਉਹ ਪਿੰਡ ਛੱਡਦਾ, ਪਿੰਡ ਤੋਂ ਉਜੜਦਾ ਹੈ, ਤਾਂ ਕੋਈ ਸਖਾਲਾ ਨਹੀਂ ਹੁੰਦਾ, ਕੋਈ ਉਹਦੀਆਂ ਭਾਵਨਾਵਾਂ ਨੂੰ ਤਾਂ ਫਿਰ ਉਹਨੂੰ ਬਹੁਤ ਪਿੱਛੇ ਰੱਖਣਾ ਪੈਂਦਾ ਜਦੋਂ ਮਸਲਾ ਰੋਟੀ ਦਾ ਆਉਂਦਾ ਹੈ, ਤੇ ਸ਼ਹਿਰ ਆ ਕੇ ਉਹ ਬਹੁਤ ਦੁਸ਼ਵਾਰੀਆਂ ਝੱਲਦਾ ਤੇ ਖੱਜਲ ਹੁੰਦਾ। ਉਹਦੇ 'ਚ ਘਰ ਕੋਈ ਕਿਰਾਏ 'ਤੇ ਢੰਗ ਸਿਰ ਦਾ ਘਰ ਲੈਣ ਜੋਗੀ ਵੀ ਵੁਕਤ ਨਹੀਂ ਹੁੰਦੀ, ਤੇ ਇਸ ਕਰਕੇ ਉਹਦੀ ਹਾਲਤ ਪਿੰਡ ਨਾਲੋਂ ਵੀ ਹੋਰ ਬਹੁਤੀ ਵਾਰੀ ਮਾੜੀ ਹੋ ਜਾਂਦੀ ਹੈ। ਇਸ ਕਰਕੇ ਮੈਨੂੰ ਲੱਗਦਾ ਪਿੰਡ ਦਾ ਮਜ਼ਦੂਰ ਬਹੁਤ ਔਖੇ ਦੌਰ 'ਚ ਹੈ। ਪਿੰਡ ਦਾ ਤਾਂ ਔਖੇ ਦੌਰ 'ਚ ਹੀ ਹੈ, ਸ਼ਹਿਰ ਦੇ ਨੂੰ ਵੀ ਹੁਣ ਪਤਾ ਲੱਗ ਗਿਆ ਆਫਟਰ ਕਰੋਨਾ ਤੋਂ ਬਾਅਦ। ਮੈਨੂੰ ਲੱਗਦਾ ਸ਼ਹਿਰ 'ਚ ਓਨਾ ਰੁਜ਼ਗਾਰ ਨਹੀਂ ਹੋਏਗਾ ਕਦੇ ਵੀ ਜਿਹੜਾ ਪਹਿਲਾਂ ਸੀ। ਹੌਲੀ ਹੌਲੀ ਚੱਲਦੇ ਜੋ ਹੁਣ ਬਾਨਾਂ ਨੂੰ ਬੰਨਿਆ ਜਾ ਰਿਹਾ ਕਿ ਆਟੋਮਾਈਜੇਸ਼ਨ ਲਿਆਓ, ਸਾਰੀ ਤਕਨੀਕ ਲੈ ਆਓ, ਬਾਕੀ ਦੇ ਮਾਮਲੇ ਦੇ ਵਿੱਚ ਉਹਨਾਂ ਨਾ ਫੈਕਟਰੀਆਂ 'ਚ ਜਾ ਸਕੂਗਾ ਨਾ ਕਿਤੇ ਹੋਰ। ਦੂਜਾ ਉਹਨੂੰ ਇੱਕ ਝਟਕਾ ਵੀ ਵੱਜ ਗਿਆ ਵੀ ਜੇ ਥੋੜ੍ਹੀ ਜਿਹੀ ਆਫਤ ਆ ਗਈ ਮੁੜ ਕੇ ਪਿੰਡ ਹੀ ਆਉਣਾ ਪੈ ਰਿਹਾ, ਤੇ ਫਿਰ ਕੀ ਕਰੀਏ ਉਸ ਮਾਮਲੇ ਦਾ। ਤਾਂ ਕਿਤੇ ਨਾ ਕਿਤੇ ਇਹ ਦੌਰ ਉੱਠਣ ਦਾ ਸਵਾਲ ਹੈ ਕਿ ਫਿਰ ਪਿੰਡ ਨੂੰ ਓਨੇ ਜੋਗਾ ਕਿਉਂ ਨਾ ਬਣਾਇਆ ਜਾਏ ਜਿਹੜਾ ਰੁਜ਼ਗਾਰ ਵੀ ਦੇ ਸਕੇ, ਜਿੱਥੇ ਸਾਰੀਆਂ ਸਹੂਲਤਾਂ ਵੀ ਹੋ ਸਕਣ ਉਸ ਲੈਵਲ ਦੀਆਂ। ਇਸ ਲੈਵਲ ਦੀਆਂ ਤਾਂ ਨਹੀਂ ਕਿ ਇੱਕ ਪਾਸੇ 7-17 ਹੋਟਲ ਸਿਸਟਮ ਹੋਏਗਾ ਤੇ ਦੂਜੇ ਪਾਸੇ ਦੂਜਾ। ਪਿੰਡ ਦਾ ਚੰਗਾ ਸਕੂਲ, ਪਿੰਡ 'ਚ ਚੰਗਾ ਸਿਹਤ ਸਹੂਲਤਾਂ ਤੇ ਬਾਕੀ ਦੀਆਂ ਸਹੂਲਤਾਂ ਦਾ ਸਵਾਲ। ਉਹਦੇ 'ਚ ਜਿਹੜੀਆਂ ਸਕੀਮਾਂ ਵੀ ਆਈਆਂ ਪਿੰਡ ਦੇ ਵਿੱਚ, ਅਸਲ 'ਚ ਉਜਾੜਾ ਕੀ ਕਰਦਾ? ਉਜਾੜਾ ਕੇਵਲ ਕਿਰਤ ਨੂੰ ਨਹੀਂ ਬਾਹਰ ਲਿਆਉਂਦਾ, ਉਜਾੜਾ ਤੁਹਾਡਾ ਟੋਟਲ ਦਿਮਾਗ ਲੈ ਜਾਂਦਾ, ਤੁਹਾਡੀ ਟੋਟਲ ਯੋਜਨਾ ਲੈ ਜਾਂਦਾ, ਉਹ ਤੁਹਾਡੀ ਸਾਰੀ ਚੀਜ਼ ਹੈ। ਜਿਵੇਂ ਹੁਣ ਸਾਡੇ ਦੇਸ਼ਾਂ ਤੋਂ ਬ੍ਰੇਨ ਡਰੇਨ ਦੀ ਗੱਲ ਕਰਦੇ, ਉਵੇਂ ਪਿੰਡਾਂ ਤੋਂ ਡਰੇਨ ਹੋ ਰਿਹਾ ਸ਼ਹਿਰਾਂ ਦੇ ਵਿੱਚ, ਔਰ ਕੱਲਾ ਮਜ਼ਦੂਰ ਨਹੀਂ ਹੋ ਰਿਹਾ। ਜੇ ਮੈਂ ਪੰਜਾਬ ਦਾ ਇੱਕ ਤੁਹਾਨੂੰ ਫੈਕਟ ਦੇਣਾ ਚਾਹਾਂ, ਤੱਥ ਦੇਣਾ ਚਾਹਾਂ, ਪੰਜਾਬ ਦੇ ਵਿੱਚ ਲਗਭਗ 19 ਲੱਖ ਤੋਂ ਜ਼ਿਆਦਾ ਫਾਰਮਰ ਫੈਮਿਲੀ ਨੇ, ਪਰਿਵਾਰ ਨੇ 19 ਲੱਖ ਦੇ ਕਰੀਬ ਫਾਰਮਰ ਨੇ, ਕਿਸਾਨ ਨੇ, ਤੇ ਖੇਤੀ ਕੇਵਲ ਆਪਰੇਸ਼ਨਲ ਗਾਈਡਲਾਈਨ ਜਿਹੜੀ ਗਵਰਨਮੈਂਟ ਆਫ ਇੰਡੀਆ ਦੀ ਉਹਦੇ ਮੁਤਾਬਕ 10,53,000 ਕਰਦੇ, ਯਾਨੀ ਕਿ ਬਾਕੀ ਦੇ ਵਿੱਚੋਂ ਬਹੁਤੇ ਉਹ ਵੀ ਨੇ ਜਿਨ੍ਹਾਂ ਨੂੰ ਮੌਕੇ ਮਿਲੇ ਸ਼ਹਿਰ 'ਚ ਆਉਣ ਦੇ ਪੜ੍ਹ ਲਿਖ ਕੇ, ਤੇ ਉਹ ਠੇਕੇ ਤੇ ਜ਼ਮੀਨਾਂ ਦਿੰਦੇ ਨੇ। ਉਹਦੇ 'ਚ IAS ਅਫਸਰ, ਗਜ਼ਟਡ ਅਫਸਰ, ਸਰਕਾਰੀ ਮੁਲਾਜ਼ਮ, ਪੋਲੀਟੀਸ਼ੀਅਨ ਉਹ ਵੀ ਨੇ, ਤੇ ਕੁਝ ਉਹ ਵੀ ਨੇ ਥੋੜੇ ਜਿਹੀ ਜ਼ਮੀਨ ਬਹੁਤ ਥੋੜੀ ਰਹਿ ਗਈ, ਆਪਦੇ ਜੋਗੀ ਕਰ ਹੀ ਨਹੀਂ ਸਕਦਾ, ਤੇ ਉਹ ਵੀ ਕਹਿੰਦਾ ਮੈਂ ਦਿਹਾੜੀ ਕਰ ਲੈਂਦਾ, ਚੱਲ 1.5 ਕਿੱਲਾ ਠੇਕੇ ਤੇ ਦੇ ਦਿੰਦਾ। ਦੋਨੋਂ ਟਾਈਪ ਦੇ ਬੰਦੇ ਨੇ। ਇਹਦਾ ਮਤਲਬ ਇਹ ਹੈ ਕਿ ਸਾਡੇ ਜਿਹੜੇ ਕਿੱਤੇ ਸੀ ਉਸ ਸਾਰੇ ਮਾਮਲੇ ਦੇ ਵਿੱਚ ਇਕੱਲੇ ਮਜ਼ਦੂਰ ਦੇ ਨਾਲ ਨਹੀਂ, ਉਹ ਟੋਟਲ ਪਿੰਡ ਦੀ ਅਰਥ ਵਿਵਸਥਾ, ਅਰਥਚਾਰਾ ਵਿਗੜ ਰਿਹਾ। ਹੁਣ ਕੁਝ ਚੀਜ਼ਾਂ ਬਣਦੀਆਂ ਨੇ, ਕਈ ਵਾਰ ਦਬਾਅ 'ਚ ਬਣਦੀਆਂ ਨੇ, ਚੰਗੀਆਂ ਵੀ ਬਣਦੀਆਂ ਨੇ, ਪਰ ਉਹਦੇ ਵੱਲ ਤਵੱਜੋ ਨਾ ਹੋਣ ਕਰਕੇ, ਕਿਉਂਕਿ ਅਲੀਟ ਕਲਾਸ ਤਵੱਜੋ ਨਹੀਂ ਦੇ ਰਹੀ। ਜਿਹਨੇ ਉਹ ਚੀਜ਼ਾਂ ਲਾਗੂ ਕਰਨੀਆਂ ਨੇ, ਉਹ ਸਿਆਸਤਦਾਨ, ਉਹ ਅਫਸਰ, ਤੇ ਜਾਂ ਜਿਹੜੇ ਸੰਗਠਿਤ ਖੇਤਰ ਦੇ ਚੰਗੀਆਂ ਤਨਖਾਹਾਂ ਲੈਣ ਵਾਲਾ ਬੌਧਿਕ ਤਬਕਾ ਹੈ, ਉਹ ਤਿੰਨੋਂ ਧਿਆਨ ਨਹੀਂ ਦੇ ਰਹੇ ਉਸ ਪੱਧਰ ਦੇ ਉੱਤੇ। ਕਿਧਰੇ ਇਹਨਾਂ ਦਾ ਗੱਠਜੋੜ, ਇਹਨਾਂ ਦਾ ਕਿਧਰੇ ਗੱਠਜੋੜ ਵੀ ਹੈ। ਇਹ ਉਹ ਆਪਣੇ ਆਪਣੇ ਕਿਉਂਕਿ ਹਿੱਤਾਂ ਦੇ ਵਿੱਚ ਪਏ ਹੋਏ ਨੇ, ਆਪਣੇ ਆਪਣੇ ਸਿਸਟਮ ਦੇ ਨਾਲ ਕੰਮ ਕਰਦੇ ਨੇ। ਮਨਰੇਗਾ ਇੱਕ ਸਕੀਮ ਹੈ, ਸਪੋਜ਼ ਕਰੋ ਮੈਂ ਜੇ ਇਹਦੇ ਤੇ ਗੱਲ ਕਰਨਾ ਚਾਹਾਂ,
ਤੇ ਇਹ ਸਕੀਮ ਜਿਹੜੀ 2005 ਤੋਂ ਜੀ ਲਗਾਤਾਰ ਇਸ ਦੇਸ਼ ਦੇ ਵਿੱਚ ਲਾਗੂ ਉਸ ਲਈ 2 ਸਾਲਾਂ ਬਾਅਦ ਇਹਨੂੰ ਸਾਰੇ ਉਹਦੇ 'ਚ ਲਾਗੂ ਕਰਤਾ। ਇਹ ਦੁਨੀਆ ਦੀ ਰੁਜ਼ਗਾਰ ਦੀ ਗਰੰਟੀ ਦੀ ਸਭ ਤੋਂ ਵੱਡੀ ਸਕੀਮ ਹੈ, ਸਭ ਤੋਂ ਵੱਡਾ ਬੁਨਿਆਦੀ ਅਧਿਕਾਰ ਹੈ। ਸਕੀਮ ਨਹੀਂ ਹੈ, ਇਹਨੂੰ ਕਈ ਕਿਹਾ ਜਾ ਸਕਦਾ। ਇਹਨੂੰ ਪਹਿਲੀ ਵਾਰ ਇਹ ਪਹਿਲਾ ਅਧਿਕਾਰ ਹੈ ਜਿਹੜਾ ਫੰਡਾਮੈਂਟਲ ਰਾਈਟ ਦੇ ਰੂਪ 'ਚ ਹਿੰਦੁਸਤਾਨ ਦੇ ਸੰਵਿਧਾਨ ਦੇ ਵਿੱਚ ਲਾਗੂ ਹੋਇਆ। ਔਰ ਇਹ ਬਿਲਕੁਲ ਮੂਲੋਂ ਵੱਖਰੀ ਚੀਜ਼ ਹੈ ਬਾਕੀ ਨਾਲੋਂ। ਬਾਕੀ ਜਿੰਨੀਆਂ ਸਕੀਮਾਂ ਨੇ ਟੋਟਲ, ਚਾਹੇ ਮੋਦੀ ਦੀ ਜਨ ਧਨ ਤੋਂ ਲੈ ਕੇ ਜਿੰਨੀਆਂ ਮਰਜ਼ੀ ਕਰ ਲਓ, ਉਹ ਸਪਲਾਈ ਡਰਿਵਨ ਸਕੀਮਾਂ ਨੇ ਕਿ ਸਪਲਾਈ ਹੈ। ਜੇ ਗਵਰਨਮੈਂਟ ਦੇ ਖਜ਼ਾਨੇ 'ਚ ਪੈਸਾ ਹੈ ਤਾਂ ਤੁਹਾਨੂੰ ਮਿਲ ਜੂਗਾ, ਨਹੀਂ ਪੈਸਾ ਤਾਂ ਨਹੀਂ ਮਿਲੇਗਾ। ਬਾਕੀ ਸਭ ਸਕੀਮਾਂ ਉੱਥੇ ਖੜੀਆਂ ਨੇ। ਇਹ ਉਹ ਹੈ ਹੱਕ ਕਿ ਚਾਹੇ ਗਵਰਨਮੈਂਟ ਕਾਲੇ ਚੋਰ ਤੋਂ ਲਿਆਵੇ, ਜਿੱਥੋਂ ਮਰਜ਼ੀ ਲਿਆਵੇ, ਮੈਨੂੰ ਤੁਸੀਂ ਉਹ ਹੱਕ ਦਿੱਤਾ ਹੈ ਤੇ ਜੇ ਮੈਂ ਤੁਹਾਡੇ ਕੋਲ ਅਪਲਾਈ ਕਰਦਾ ਤਾਂ ਮੈਨੂੰ ਦੇਣਾ ਹੀ ਪਏਗਾ। ਫੰਡਾਮੈਂਟਲ ਰਾਈਟ ਦਾ ਇਹ ਫਰਕ ਹੈ। ਔਰ ਇਸੇ ਕਰਕੇ ਇਹ ਡਿਮਾਂਡ ਡਰਿਵਨ ਸਕੀਮ ਹੈ, ਮੰਗ ਆਧਾਰਿਤ ਹੈ। ਮੈਂ ਜਿਹੜੇ ਦਿਨ ਚਾਹਾਂ ਉਸ ਦਿਨ ਕੰਮ ਮੰਗ ਸਕਦਾ, ਜਦੋਂ ਚਾਹਾਂ ਉਦੋਂ ਮੰਗ ਸਕਦਾ। ਜੇ 15-15 ਦਿਨ ਕਰਕੇ ਮੰਗਣਾ ਹੈ ਤਾਂ ਉਦੋਂ ਮੰਗ ਸਕਦਾ। 100 ਦਿਨ ਇਕੱਠਾ ਮੰਗਣਾ, 100 ਦਿਨ ਇਕੱਠਾ ਮੰਗਣਾ। ਹਾਲਾਂਕਿ ਇਹ ਗੱਲ ਠੀਕ ਹੈ, ਕਈ ਲੋਕ ਕਹਿੰਦੇ ਨੇ ਕਿ 365 ਦਿਨ ਬੰਦੇ ਨੂੰ ਭੁੱਖ ਲੱਗਦੀ ਹੈ, 100 ਦਿਨ ਥੋੜ੍ਹਾ ਹੈ, 200 ਦਿਨ ਤੱਕ ਘੱਟੋ ਘੱਟ ਜ਼ਰੂਰ ਹੋਣਾ ਚਾਹੀਦਾ। ਔਰ ਇਹਦੇ ਨਾਲ ਦੂਜੀ ਗੱਲ ਇਹ ਵੀ ਹੈ ਕਿ ਮਨਰੇਗਾ 'ਚ ਇੱਕ ਬਹੁਤ ਵੱਡਾ ਡਰਾਬੈਕ ਇਹ ਛੱਡਿਆ ਹੋਇਆ ਕਿ ਜਿਹੜੀ ਘੱਟੋ ਘੱਟ ਉਜਰਤ ਕਾਨੂੰਨ ਹੈ, ਇਹਦੀ ਦਿਹਾੜੀ ਉਹਦੇ ਬਰਾਬਰ ਵੀ ਨਹੀਂ ਹੈ। ਅਤੇ ਸਾਡੇ ਜੇ ਪੰਜਾਬ ਦੇ ਵਿੱਚ ਗੱਲ ਕਰੀਏ ਤਾਂ ਲਗਭਗ 9000 ਤੋਂ ਥੋੜ੍ਹਾ ਜਿਹਾ ਘੱਟ ਬਣਦਾ ਮਹੀਨੇ ਦਾ ਘੱਟੋ ਘੱਟ ਉਜਰਤ ਦਾ, ਤੇ ਫਿਰ 300 ਰੁਪਏ ਦੇ ਨੇੜੇ ਤੇੜੇ ਦਿਹਾੜੀ ਚਲੀ ਜਾਂਦੀ ਹੈ। ਹਾਂ, ਤੇ ਫਿਰ ਮਈ ਦਿਵਸ ਦੇ ਸੰਦਰਭ 'ਚ ਇਹ ਹੋਰ ਜ਼ਰੂਰੀ ਹੋ ਜਾਂਦਾ, ਚੰਗੀ ਤਰ੍ਹਾਂ ਵਿਚਾਰਿਆ ਜਾਣਾ। ਬਿਲਕੁਲ ਇਹਨੂੰ, ਹਾਂ, ਇਸੇ ਲਈ ਮੈਨੂੰ ਇਹ ਲੱਗਦਾ ਤਾਂ ਮੈਨੂੰ ਉਹਦਾ ਵਿਚਾਰਨ ਦਾ, ਕਿਉਂਕਿ ਉੱਥੋਂ ਬ੍ਰੇਨ ਡਰੇਨ ਹੋ ਗਿਆ। ਔਰ ਉਹਦੇ ਨਾਲ ਕੀ ਹੋ ਰਿਹਾ ਹੈ, ਹੁਣ ਇਤਕੀ 20 ਰੁਪਏ ਵਧਾਈ ਹੈ, 263 ਰੁਪਏ ਹੋਈ ਹੈ ਪੰਜਾਬ ਦੀ ਜਿਹੜੀ ਦਿਹਾੜੀ ਹੈ। ਜੇ ਦੇਸ਼ ਦੀ ਸੋਚਾਂਗੇ, ਜਿਹੜਾ ਜਿੰਨਾ ਗਰੀਬ ਸੂਬਾ ਹੈ ਉਹਦੀ ਦਿਹਾੜੀ ਉਨੀਓ ਘੱਟ ਹੈ ਨਾ। ਤੇ ਇੱਕ ਤਾਂ ਗੱਲ ਇਹ ਹੈ ਕਿ ਉਹਨੂੰ ਘੱਟੋ ਘੱਟ ਉਜਰਤ ਕਾਨੂੰਨ ਦੇ ਦਾਇਰੇ 'ਚ ਤਾਂ ਲਿਆਉਣਾ ਚਾਹੀਦਾ ਨਾ। ਤੇ ਦੂਜਾ 200 ਦਿਨ। ਪਰ ਸਵਾਲ ਇਹ ਹੈ ਕਿ 100 ਦਿਨ ਕੀ ਮਿਲਦਾ? ਪੰਜਾਬ ਦੇ ਵਿੱਚ ਔਸਤਨ 27 ਦਿਨ ਤੋਂ ਵੱਧ ਕੰਮ ਨਹੀਂ ਮਿਲਿਆ ਕਦੇ ਵੀ ਕਿਸੇ ਵੀ ਸਾਲ, ਹੈ ਨਾ। ਉਹ ਵੀ ਥੋੜੇ ਬੰਦਿਆਂ ਨੂੰ, ਸਾਰਿਆਂ ਨੂੰ ਨਹੀਂ ਮਿਲਿਆ। ਔਰ ਦੂਜੀ ਗੱਲ ਇਹ ਹੈ, ਇਹਦੇ ਨਾਲ ਬਹੁਤ ਮਹੱਤਵਪੂਰਨ ਜਿਹੜੀ ਗੱਲ ਹੈ ਕਿ ਕੰਮ ਮੰਗਣ ਵਾਲਾ ਜਿਹੜਾ ਬੰਦਾ ਹੈ ਉਹਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਕਿ ਕੰਮ ਮੈਂ ਮੰਗਣਾ। ਅਜੇ ਇਸ ਸੂਬੇ ਦੇ ਵਿੱਚ ਕਾਨੂੰਨ ਦੇ ਮੁਤਾਬਕ ਮਨਰੇਗਾ ਲਾਗੂ ਹੀ ਨਹੀਂ ਹੈ। ਅਜੇ ਇੱਥੇ BDPO, ਇੱਥੇ ਹਲਕਾ ਇੰਚਾਰਜ, ਇੱਥੇ MLA, ਇੱਥੇ ADC, ਇੱਥੇ DC ਤੇ ਇੱਥੇ ਪੰਚਾਇਤ ਦੇ ਸਰਪੰਚ ਵੀ ਬਹੁਤੇ ਉਹ ਇਹ ਕਹਿੰਦੇ ਨੇ ਜਿਵੇਂ ਵੀ ਅਸੀਂ ਤੇਰੇ ਤੇ ਰਹਿਮ ਕਰ ਰਹੇ ਹਾਂ। ਉਹਨੂੰ ਇਸ ਐਟੀਟਿਊਡ ਨਾਲ ਸੋਚ ਰਹੇ ਨੇ ਕਿ ਤੇਰੇ ਤੇ ਅਸੀਂ ਬਹੁਤ ਵੱਡਾ ਰਹਿਮ ਕਰ ਰਹੇ ਹਾਂ, ਜਦੋਂ ਵੀ ਅਸੀਂ ਕਹਿੰਦੇ ਉਦੋਂ ਤੂੰ ਲੈ ਲਿਆ ਕਰ ਆ ਕੇ, ਤੇ ਨਹੀਂ ਤਾਂ ਨਾ ਲਿਆ ਕਰ। ਔਰ ਉਹਦੇ 'ਚ ਇੱਕ ਗੱਲ ਜ਼ਰੂਰ ਸੋਚਣ ਵਾਲੀ ਹੈ ਬਹੁਤ ਵੱਡੀ, ਔਰ ਜਿੰਨੀਆਂ ਟ੍ਰੇਡ ਯੂਨੀਅਨਾਂ ਵੀ ਮਨਰੇਗਾ 'ਤੇ ਕੰਮ ਕਰਦੀਆਂ ਨੇ, ਮਨਰੇਗਾ ਵਰਕ, ਉਹਨਾਂ ਨੂੰ ਵੀ ਸ਼ਾਇਦ ਜਾਂ ਤਾਂ ਇੱਕ ਜਾਣਕਾਰੀ ਦੀ ਵੀ ਕਮੀ ਹੁੰਦੀ ਹੈ। ਦੂਜੀ ਗੱਲ ਇਹ ਹੈ ਕਿ ਉਹ ਵੀ ਪੁਰਾਣੇ ਟਾਈਪ ਦਾ ਟ੍ਰੇਡ ਯੂਨੀਅਨਿਜ਼ਮ ਕਰਦੇ ਨੇ, ਉਸ ਲੈਵਲ ਦਾ ਨੇ। ਇਹਦੇ 'ਚ 3-4 ਗੱਲਾਂ ਜਿਹੜੀਆਂ ਜਾਣਨੀਆਂ ਜ਼ਰੂਰੀ ਨੇ ਜੇਕਰ ਇਹਨੂੰ ਕਰਨਾ ਮਜ਼ਦੂਰ ਦਿਵਸ ਤੋਂ ਸਿੱਖਣਾ ਆਪਾਂ ਕੁਝ। ਸਭ ਤੋਂ ਪਹਿਲੀ ਗੱਲ, ਇਹਦੇ ਲਈ ਜੌਬ ਕਾਰਡ ਜ਼ਰੂਰੀ ਹੈ। ਜੌਬ ਕਾਰਡ ਵਾਸਤੇ ਜਿਹੜਾ ਬੰਦਾ ਹੈ, ਕਾਨੂੰਨ 'ਚ ਤਾਂ ਇਸ ਹੱਦ ਤੱਕ ਲਿਖਿਆ ਉਹਦੀਆਂ ਗਾਈਡਲਾਈਨਸ ਦੇ ਵਿੱਚ ਤਾਂ ਵੀ ਮੈਂ ਅਨਪੜ੍ਹ ਬੰਦਾ, ਮੈਂ ਸੈਕਟਰੀ, ਪੰਚਾਇਤ ਸੈਕਟਰੀ ਕੋਲ ਜਾ ਕੇ ਖੜ ਗਿਆ ਵੀ ਕਾਕਾ ਮੈਨੂੰ ਨਹੀਂ ਕੁਛ ਆਉਂਦਾ, ਮੇਰਾ ਭਰ ਦੇ ਜੌਬ ਕਾਰਡ ਮੈਨੂੰ ਦੇ ਦੇ। ਚਾਹੇ ਮੈਂ BDO ਦਫ਼ਤਰ ਚਲਾ ਗਿਆ, ਉਹਨਾਂ ਦੀ ਜ਼ਿੰਮੇਵਾਰੀ ਹੈ ਮੇਰਾ ਜੌਬ ਕਾਰਡ ਦਾ। ਔਰ 15 ਦਿਨਾਂ ਦੇ ਅੰਦਰ ਅੰਦਰ, ਜੇ 15 ਦਿਨ ਦੇ ਅੰਦਰ ਅੰਦਰ ਜੌਬ ਕਾਰਡ ਨਹੀਂ ਮਿਲਦਾ ਤਾਂ ਉਹਦੇ ਖਿਲਾਫ ਕਾਰਵਾਈ ਹੋ ਸਕਦੀ ਹੈ, ਜਿਹੜਾ ਵੀ ਅਫਸਰ ਨਹੀਂ ਬਣਾ ਰਿਹਾ। ਔਰ ਇਹ ਪੰਚਾਇਤ ਲੈਵਲ ਦਾ ਕੰਮ ਹੈ। ਪਰ ਸਾਡੇ ਮਸਲਾ ਤਾਂ ਇਹ ਹੈ ਨਾ ਕਿ ਸਾਡੇ ਤਾਂ ਸਰਕਾਰੀ ਨੌਕਰੀ ਲੈ ਕੇ ਕੋਈ ਵੀ ਇਹ ਸਮਝ ਲੈਂਦਾ ਵੀ ਮੈਂ ਰੱਬ ਬਣ ਗਿਆ। ਉਹ ਕੰਮ ਤਾਂ ਲੋਕਾਂ ਦਾ ਕੰਮ ਤਾਂ ਉਹ ਕਰਦੇ ਨਹੀਂ, ਉਹ ਸੇਵਕ ਵਾਂਗੂ ਨਹੀਂ, ਸੇਵਕ ਵਾਂਗੂ ਨਹੀਂ। ਜਿਹਨੇ ਮੰਗਣਾ ਉਹ ਵੀ ਸਿੱਖਿਅਤ ਨਹੀਂ ਹੈ, ਜਿਹੜਾ ਉਹਨਾਂ ਦੀ ਅਗਵਾਈ ਕਰਦਾ ਉਹ ਵੀ ਸਿੱਖਿਅਤ ਨਹੀਂ ਹੈ। ਸਭ ਤੋਂ ਪਹਿਲਾਂ ਤੁਹਾਨੂੰ ਸਿੱਖਿਅਤ ਹੋਣ ਦੀ ਲੋੜ ਹੈ। ਮਈ ਦਿਵਸ ਤਾਂ ਮੇਰਾ ਮਤਲਬ ਇਹ ਹੈ ਕਿ ਜਿਹੜਾ ਮਜ਼ਦੂਰ, ਜਿਹੜਾ ਕਿਰਤੀ, ਜਿਹੜੀ ਫੰਡਾਮੈਂਟਲ ਰਾਈਟ ਉਹਨੂੰ ਮਿਲੇ ਆ ਉਹਦੇ ਬਾਰੇ ਜਾਗਰੂਕ ਹੋਵੇ। ਜੇ ਮਈ ਦਿਵਸ 'ਤੇ ਵੀ ਉਹ ਜਾਗਰੂਕ ਨਹੀਂ ਹੁੰਦਾ ਤਾਂ ਮਈ ਦਿਵਸ ਦਾ ਕੋਈ ਮਾਨਾ ਨਹੀਂ, ਕੋਈ ਅਰਥ ਨਹੀਂ। ਮੈਂ ਇਸ ਲਈ ਇਕੱਲੇ ਅਫਸਰਾਂ ਦੇ, ਉਹ ਤਾਂ ਕਰਦੇ ਹੀ ਨੇ ਜਿਵੇਂ ਕਰਦੇ ਨੇ, ਮੈਂ ਉਹਨਾਂ ਦੀ ਗੱਲ ਇਸ ਲਈ ਨਹੀਂ ਕਰ ਰਿਹਾ। ਇਸ ਲਈ ਮੈਂ ਗੱਲ ਕਰ ਰਿਹਾ ਕਿ ਜੌਬ ਕਾਰਡ ਪਹਿਲਾਂ ਅਰਜੀ ਦੇਣੀ, ਸਾਰੇ ਜੌਬ ਕਾਰਡ ਬਣਾਉਣ ਆਪਦੇ 15 ਦਿਨਾਂ ਦੇ ਵਿੱਚ। ਉਹ ਤੋਂ ਜਿੱਦਣ ਅਰਜੀ ਦੇਤੀ ਉਹ ਤੋਂ ਇੱਕ ਸਲਿੱਪ ਲੈ ਲੈਣ ਕਿ ਤੈਨੂੰ ਭਾਈ ਮੈਂ ਅਰਜੀ ਦੇ ਚੁੱਕਿਆ।
ਨਹੀਂ ਤਾਂ ਫਿਰ ਉਹ ਕੀ ਕਰਦੇ ਨੇ ਵੀ ਤੈਂ ਤਾਂ ਮੈਨੂੰ ਦਿੱਤਾ ਹੀ ਨਹੀਂ, ਤੇਰੀ ਅਰਜੀ ਰੁਲ ਗਈ, ਤੇਰੇ ਕੋਲ ਸਾਬਤ ਕਰਨ ਨੂੰ 15 ਦਿਨ ਲਈ ਕੁਝ ਨਹੀਂ ਹੈ। ਜੇ ਉਹ ਨਹੀਂ ਫੜਦੇ ਤਾਂ ਰਜਿਸਟਰੀ ਕਰਾ ਦਿਓ, 5-7 ਰੁਪਏ ਲੱਗਣਗੇ, ਤੁਹਾਡੇ ਕੋਲ ਇੱਕ ਸਬੂਤ ਹੋ ਗਿਆ ਕਿ ਮੈਂ ਇਹਨੂੰ ਅਰਜੀ ਦਿੱਤੀ ਹੋਈ ਹੈ। ਮੈਂ ਤੁਹਾਨੂੰ ਇਹਦੇ ਉਦਾਹਰਨ ਦਿੰਦਾ ਨਾਭੇ ਏਰੀਏ ਦੇ ਬੰਦਿਆਂ ਦੀ। ਜੀ ਜੌਬ ਕਾਰਡ ਲਈ ਲਗਭਗ 500-550 ਮਜ਼ਦੂਰ ਨੇ ਅਰਜੀ ਦਿੱਤੀ ਹੋਈ ਸੀ। 15 ਦਿਨ ਤੱਕ ਹੀ 20 ਦਿਨ ਮਹੀਨਾ ਲੰਘ ਗਿਆ। ਉਹ 'ਚੋਂ 40-45 ਗੋਹੇ ਨਾਲ ਪੈਰ ਲੱਭੜੇ ਬੀਬੀਆਂ ਜਦੋਂ ਥਾਣੇ ਜਾਂਦੀਆਂ ਨੇ, ਔਰ ਉਹ ਵੀਡੀਓ ਕੋਲ ਜਾਂ ਪੰਚਾਇਤ ਕੋਲ ਨਹੀਂ, ਉਹ ਥਾਣੇ ਗਈਆਂ। ਕੀ ਕਰਨ ਗਈਆਂ? ਥਾਣੇਦਾਰ ਕਹਿੰਦਾ ਕੀ ਕਰਨਾ? ਕਹਿੰਦੇ ਵੀਡੀਓ ਖਿਲਾਫ ਪਰਚਾ ਦਰਜ ਕਰਾਉਣਾ ਹੈ। ਕਿਉਂ? ਕਿਉਂਕਿ ਮਨਰੇਗਾ ਐਕਟ ਇਹ ਕਹਿੰਦਾ ਕਿ ਜਿਹੜਾ ਤੁਹਾਡਾ ਜ਼ਿੰਮੇਵਾਰ ਅਧਿਕਾਰੀ ਕਾਰਡ ਬਣਾ ਕੇ ਨਹੀਂ ਦਿੰਦਾ ਮੌਕੇ ਤੇ, ਉਹਦੇ ਖਿਲਾਫ, ਉਸ ਐਕਟ ਦੇ ਖਿਲਾਫ ਕਾਰਵਾਈ ਹੋ ਸਕਦੀ ਹੈ। SHO ਕਹੇ ਵੀਡੀਓ ਮੇਰੇ ਤੋਂ ਬੜਾ ਅਫਸਰ ਹੈ, ਤੁਸੀਂ DSP ਦੇ ਜਾਓ, ਫਲਾਣੇ ਦੇ, ਉਹ ਕਹਿੰਦੇ ਤੇਰੇ ਕੋਲ ਆਇਆ। ਅਗਲੇ ਦਿਨ ਕਾਰਡ ਵੰਡੇ ਗਏ, ਜੌਬ ਕਾਰਡ ਵੰਡੇ ਗਏ ਘਰ ਘਰ ਜਾ ਕੇ। ਇੱਕ ਤਾਂ ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਜਦ ਲੋਕ ਅਸਰਟ ਕਰਦੇ ਨੇ ਕਿ ਮੈਨੂੰ ਕਾਨੂੰਨ ਦਾ ਪਤਾ ਹੈ ਤੇ ਮੈਨੂੰ ਕਿੱਥੇ ਜਾਣਾ ਇਹ ਪਤਾ ਹੈ, ਤਾਂ ਅੱਗੇ ਜਾ ਕੇ ਚੱਲਣਾ ਸ਼ੁਰੂ ਹੋ ਜਾਂਦਾ। ਦੂਜੀ ਗੱਲ, ਜਿੱਦਣ ਤੁਹਾਡੇ ਕੋਲ ਜੌਬ ਕਾਰਡ ਆ ਗਿਆ ਤਾਂ ਕੰਮ ਮੰਗਣਾ ਪੈਂਦਾ, ਅਰਜੀ ਲਿਖਣੀ ਪੈਂਦੀ ਹੈ ਕੰਮ ਦੀ। ਕਿਸੇ ਦੇ ਰਹਿਮੋ ਕਰਮ ਤੇ ਨਹੀਂ ਹੈ ਕਿ ਮੈਨੂੰ ਕੌਣ ਕਦੋਂ ਪੁੱਛੂਗਾ। ਔਰ ਕੰਮ ਮੰਗਣ ਦੇ ਲਈ ਇਹ ਹੈ ਕਿ 15 ਦਿਨ ਦਾ ਘੱਟੋ ਘੱਟ ਗੈਪ ਰੱਖਣਾ ਪੈਂਦਾ, ਨੋਟਿਸ ਦੇਣਾ ਪੈਂਦਾ। 16ਵੇਂ ਦਿਨ ਵੀ ਤੁਸੀਂ ਮੰਗ ਸਕਦੇ ਹੋ, ਤੁਸੀਂ 30ਵੇਂ ਦਿਨ ਵੀ ਮੰਗ ਸਕਦੇ ਹੋ, ਤੁਸੀਂ 50ਵੇਂ ਦਿਨ ਵੀ ਮੰਗ ਸਕਦੇ ਹੋ। ਪਰ ਹਮੀਰ ਸਿੰਘ ਜੀ, ਇੰਨੀ ਕੁ ਲਿਟਰੇਸੀ ਤਾਂ ਜ਼ਰੂਰੀ ਹੈ ਕਿ ਉਹਨਾਂ ਨੇ ਅਰਜੀ ਲਿਖਣੀ ਕਿਹਨੂੰ, ਮਜ਼ਦੂਰਾਂ ਨੇ, ਇਹ ਸਾਰਾ ਕੁਝ ਵੀ ਲਿਟਰੇਸੀ ਦਾ ਵੀ ਮਸਲਾ ਵੱਡਾ ਆ। ਮੈਨੂੰ ਲੱਗਦਾ ਕਿ ਲਿਟਰੇਸੀ ਤੋਂ ਜ਼ਿਆਦਾ ਇੱਕ ਵਿਜ਼ਡਮ, ਇੱਕ ਪ੍ਰਚਾਰ ਦਾ ਸਵਾਲ ਆ ਜਿਹੜਾ ਸਰਕਾਰਾਂ ਨੂੰ ਕਰਨਾ ਚਾਹੀਦਾ ਸੀ, ਜਿਹੜੇ ਬੁੱਧੀਜੀਵੀਆਂ ਨੂੰ ਕਰਨਾ ਚਾਹੀਦਾ ਸੀ, ਜਿਹੜੀ ਪ੍ਰੈਸ ਨੂੰ ਕਰਨਾ ਚਾਹੀਦਾ ਸੀ। ਔਰ ਮੈਂ ਫਿਰ ਪਹਿਲਾਂ ਵੀ ਪੰਚਾਇਤ ਐਕਟ ਬਾਰੇ ਵੀ ਮੈਂ ਮਜ਼ਦੂਰ ਦੀ ਲਿਟਰੇਸੀ ਦੀ ਗੱਲ ਕਰ ਰਹੀ, ਕੰਮ ਲੈਣ ਲਈ ਲਿਟਰੇਸੀ ਉਹਨੇ ਕਿੱਥੋਂ ਨੇ ਆਉਣੀ ਆ ਉਹਦੇ ਕੋਲ। ਇਹ ਮੀਡੀਆ ਦੀ ਜ਼ਿੰਮੇਵਾਰੀ ਨਹੀਂ ਹੈ। ਕਿੰਨੇ ਮੀਡੀਆ ਦੇ ਪੱਤਰਕਾਰਾਂ ਨੂੰ ਪਤਾ ਕਿ ਮਨਰੇਗਾ ਐਕਟ ਕੀ ਹੈ? ਮੈਂ ਸ਼ਰਤ ਲਾ ਕੇ ਕਹਿਣਾ ਜੇ 4 ਬੰਦੇ ਪੰਜਾਬ ਚੋਂ ਲੱਗ ਜਾਣ। ਔਰ ਇਸ ਕਰਕੇ ਮੈਂ ਇਹ ਗੱਲ ਕਹਿੰਦਾ ਕਿ ਕਿਹਨਾਂ ਦੀ ਜ਼ਿੰਮੇਵਾਰੀ ਹੈ? ਇਹ ਮੀਡੀਆ ਦੀ ਵੀ ਹੈ, ਇਹ ਬੁੱਧੀਜੀਵੀ ਤਬਕੇ ਦੀ ਵੀ ਹੈ, ਜਿਹੜਾ ਪੜ੍ਹਿਆ ਲਿਖਿਆ ਉਹਦੀ ਵੀ ਹੈ, ਤੇ ਗਵਰਨਮੈਂਟ ਦੀ ਵੀ ਹੈ। ਗਵਰਨਮੈਂਟ ਨੇ ਕਿੰਨੀ ਐਡਵਰਟਾਈਜ਼ਮੈਂਟ ਦਿੱਤੀ ਹੈ ਅਖਬਾਰਾਂ 'ਚ ਜਾਂ TV ਤੇ ਕਿ ਜੀ ਐਂ ਹੋਊਗਾ, ਇਹ ਤੁਹਾਨੂੰ ਐਵੇਂ ਦੇਣਾ, ਆਹ ਚੀਜ਼ ਦੇਣੀ, ਆਹ ਚੀਜ਼ ਦੇਣੀ ਹੈ। ਔਰ ਇਸ ਕਰਕੇ ਸਵਾਲ ਇਹ ਮੈਂ ਗੱਲ ਕਰ ਰਿਹਾ ਕਿ ਲਿਟਰੇਸੀ ਕੋਈ ਦਿੰਦਾ ਹੁੰਦਾ ਕਿਸੇ ਨੂੰ ਜਾ ਕੇ, ਉਹ ਦੇਣ ਵਾਲੇ ਬੰਦੇ ਕਿੱਥੇ ਨੇ? ਉਹਨਾਂ ਨੂੰ ਤਾਂ ਅਸੀਂ ਬਾਹਰ ਕੱਢਤਾ, ਉਹਦੇ ਜਵਾਕ ਨੂੰ ਸਕੂਲ 'ਚੋਂ ਵੀ ਬਾਹਰ ਕੱਢਤਾ, ਉਹਨੂੰ ਪੜ੍ਹਾਈ 'ਚੋਂ ਵੀ ਬਾਹਰ ਕੱਢਤਾ। ਦੋਸ਼ੀ ਉਹ ਬੰਦਾ ਨਹੀਂ ਹੈ। ਦੋਸ਼ੀ ਸੋ ਕਾਲਡ ਪੜ੍ਹੇ ਲਿਖੇ ਅਸੀਂ ਆਦਮੀ ਆ, ਜਿਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਸੀ ਤੇ ਉਹਨਾਂ ਤੱਕ ਪਹੁੰਚ ਕਰਨ ਦੀ ਲੋੜ ਸੀ। ਇਸ ਕਰਕੇ ਮੈਂ ਅਗਲੀ ਗੱਲ ਇਹ ਕਹਿ ਰਿਹਾ ਇਸੇ ਮੀਡੀਆ ਦੇ ਰਾਹੀਂ ਕਿ ਇਦੋਂ ਬਾਅਦ ਮੈਨੂੰ ਪਤਾ ਕਿ ਮੈਂ ਅਖਬਾਰਾਂ 'ਚ ਪੇਜ ਭਰੇ ਭਰ ਹਰ ਸਾਲ ਲਿਖਦਾ, ਇੱਕ ਪੇਜ ਮਨਰੇਗਾ 'ਤੇ, ਪਰ ਉਹ ਵਿਚਾਰਿਆਂ ਕੋਲ ਪੜ੍ਹਨ ਦਾ, ਉਹਨਾਂ ਨੂੰ ਕੋਲ ਤਾਂ ਸਕੂਲ ਜਾਣ ਦੀ ਉਹ ਗੱਲ ਨਹੀਂ ਹੈ। ਤੇ ਕਿੰਨੇ ਕੁ ਲੋਕ ਪੜ੍ਹ ਕੇ ਸੁਣਾ ਦੇਣਗੇ ਉਹਨਾਂ ਨੂੰ ਦਰਵਾਜ਼ੇ ਬੈਠ ਕੇ, ਮੈਂ ਤੁਹਾਨੂੰ ਪੜ੍ਹ ਕੇ ਸੁਣਾ ਰਿਹਾ। ਔਰ ਉਸ ਸਾਰੇ ਗੱਲ ਦੇ ਵਿੱਚੋਂ ਪਰ ਉਹ ਪੜ੍ਹਿਆ ਲਿਖਿਆ ਇਹ ਸੀ ਵੀ ਸ਼ਾਇਦ ਕੁਝ ਹੋਰ ਪੜ੍ਹੇ ਲਿਖੇ ਲੋਕ ਅੱਗੇ ਜਾ ਕੇ ਦੱਸ ਦੇਣਗੇ। ਚਲੋ ਜੀ, ਉਹਦਾ ਕੰਮ ਮੰਗਣਾ ਹੈ। ਕੰਮ ਅਰਜੀ ਇਕੱਲਾ ਵੀ ਬੰਦਾ ਵੀ ਲਿਖ ਸਕਦਾ, 200 ਬੰਦਾ ਇਕੱਠੇ ਅਰਜੀ ਤੇ ਦਸਤਖਤ ਕਰਕੇ ਵੀ ਦੇ ਸਕਦਾ, 300 ਬੰਦਾ, 500 ਬੰਦਾ, ਜਿੰਨੇ ਮਰਜੀ ਪਿੰਡ ਦੇ ਬੰਦੇ ਜੀ, ਉਹ ਵੀ ਦੇ ਸਕਦਾ। ਔਰ ਜੌਬ ਕਾਰਡ ਬਣਾਉਣ ਲਈ 2 ਹੀ ਸ਼ਰਤਾਂ ਨੇ, ਕੋਈ ਸ਼ਰਤ ਨਹੀਂ। ਇੱਕੋ ਪਿੰਡ ਦਾ ਵਸਿੰਦਾ ਹੋਣਾ ਚਾਹੀਦਾ, ਇੱਕੋ ਸਰੀਰਕ ਮਿਹਨਤ ਕਰਨ ਲਈ ਤਿਆਰ ਹੋਣਾ ਚਾਹੀਦਾ, ਚਾਹੇ 100 ਏਕੜ ਵਾਲਾ ਬਣਾ ਲੇ, ਕੋਈ ਸ਼ਰਤ ਨਹੀਂ। ਇਹਦੇ 'ਚ ਕੋਈ ਜ਼ਰੂਰੀ ਨਹੀਂ ਕਿ ਕਿਹੜੀ ਜਾਤ ਦਾ ਬਣਨਾ। ਕਈ ਲੋਕਾਂ ਨੂੰ ਇਹ ਭੁਲੇਖਾ ਹੈ ਦਲਤਾਂ ਦੀ ਸਕੀਮ ਹੈ, ਇਸੇ ਕਰਕੇ ਕਿਸਾਨੀ ਵਰਸਜ ਦਲਤ ਹੋਇਆ ਪਿਆ। ਕਿਸੇ ਨੂੰ ਕੋਈ ਟਾਈਪ ਦੀ ਗੱਲ ਹੈ, 'ਚ ਕੋਈ ਜਾਤ ਨਹੀਂ, ਕੋਈ ਪਾਤ ਨਹੀਂ। ਅਗਲੀ ਗੱਲ ਇਹ ਹੈ ਕਿ ਜਦੋਂ ਤੁਸੀਂ ਅਰਜੀ ਦੇ ਦਿੰਦੇ ਹੋ, ਅਰਜੀ ਦੇਣ 'ਚ ਵੀ ਦਿੱਕਤ ਕਿੱਥੇ ਆਉਂਦੀ ਹੈ, ਪ੍ਰੋਬਲਮ ਕਿੱਥੇ ਆਉਂਦੀ ਹੈ? ਅਰਜੀ ਦੇਣ 'ਚ ਸਮੱਸਿਆ ਇੱਥੇ ਆਉਂਦੀ ਹੈ ਕਿ ਅਰਜ਼ੀਆਂ ਦੇ ਦਿੰਦੇ ਹੋ ਤੁਸੀਂ, ਉਹ ਤੋਂ ਐਕਨੋਲਜਮੈਂਟ ਨਹੀਂ ਲੈਂਦੇ, ਉਹ ਤੋਂ ਇਹ ਲਿਖ ਕੇ ਨਹੀਂ ਲੈਂਦੇ ਮੇਰੀ ਤੇਰੇ ਕੋਲ ਅਰਜੀ ਆ ਗਈ ਹੈ। ਤੁਹਾਨੂੰ ਇਹ ਲੈਣਾ ਪਏਗਾ। ਔਰ ਜਿੱਦਣ ਵੀ ਅਰਜੀ, ਜੇ ਇਹ ਪਤਾ ਲੱਗ ਗਿਆ ਕਿੱਦਣ ਆ ਗਈ, ਜਿਹੜੇ ਦਿਨ ਤੋਂ ਕੰਮ ਤੁਸੀਂ ਮੰਗਿਆ ਹੋਇਆ ਉਦੋਂ ਤੋਂ ਕੰਮ ਨਹੀਂ ਮਿਲਿਆ, ਤੁਹਾਡਾ ਬੇਰੁਜ਼ਗਾਰੀ ਭੱਤਾ ਪਹਿਲਾ ਇੱਕੋ ਇੱਕ ਇਸ ਦੇਸ਼ ਦੇ ਵਿੱਚ ਜਿਹੜਾ ਬੇਰੁਜ਼ਗਾਰੀ ਭੱਤਾ ਸਟਾਰਟ ਕਰਦਾ, ਪਹਿਲੇ 30 ਦਿਨ ਦੇ ਵਾਸਤੇ 25% ਬਿਨਾਂ ਕੰਮ ਦਿੱਤੇ, ਤੇ ਅਗਲੇ ਦੇ ਜਿਹੜੇ ਬਾਕੀ ਦੇ 100 ਦਿਨਾਂ 'ਚੋਂ ਬਚਦਾ ਜਿੰਨੇ ਦਿਨ ਕੰਮ ਮਿਲਿਆ ਤਾਂ ਅੱਧੀ ਦਿਹਾੜੀ ਵਿਹਲੇ ਬੈਠੇ ਬੰਦੇ ਨੂੰ ਮਿਲੇਗੀ। ਔਰ ਅੱਜ ਤੱਕ ਇਸ ਸੂਬੇ ਦੇ ਵਿੱਚ ਇੱਕ ਬੰਦੇ ਨੂੰ ਬੇਰੁਜ਼ਗਾਰੀ ਭੱਤਾ ਨਹੀਂ ਮਿਲਿਆ, ਨਾ ਟਾਈਮ 'ਤੇ ਕੰਮ ਮਿਲਿਆ। ਕਿਉਂ? ਇਹਦੇ ਲਈ ਅਪਰਾਧੀ ਕੌਣ ਹੈ? ਮੈਂ ਆਪਣੇ ਆਪ ਨੂੰ ਸ਼ਾਮਲ ਕਰਦਾ ਉਹਦੇ 'ਚ। ਇਹਦੇ 'ਚ ਅਪਰਾਧੀ ਸਾਡੇ ਵਰਗੇ ਲੋਕ, ਮੈਨੂੰ ਵੀ ਗਿਣ ਲਓ, ਜਿਨ੍ਹਾਂ ਨੂੰ ਇਹ ਲੜਾਈ ਲੜਨੀ ਚਾਹੀਦੀ ਸੀ, ਜਿਨ੍ਹਾਂ ਨੂੰ ਇਹ ਗੱਲ ਉਸ ਹੱਦ ਤੱਕ ਲਿਜਾਣੀ ਚਾਹੀਦੀ ਸੀ। ਸੂਬੇ ਦੀ ਸਰਕਾਰ ਨੇ ਸੰਵਿਧਾਨ ਦੇ ਮੁਤਾਬਕ ਇੱਕ ਇੰਪਲਾਇਮੈਂਟ ਜਨਰੇਸ਼ਨ ਫੰਡ ਸਥਾਪਿਤ ਕਰਨਾ ਹੁੰਦਾ। ਅੱਜ ਤੱਕ ਪੰਜਾਬ ਦੀ ਸਰਕਾਰ ਨੇ ਉਹ ਫੰਡ ਸਥਾਪਿਤ ਨਹੀਂ ਕੀਤਾ, ਗੈਰ ਸੰਵਿਧਾਨਕ ਚੱਲ ਰਿਹਾ ਸਾਰਾ ਕੰਮ। ਇਹ ਸਵਾਲ ਕਿਉਂ ਨਹੀਂ ਹੁੰਦਾ ਚੀਫ ਮਿਨਿਸਟਰ ਨੂੰ? ਇਹ ਸਵਾਲ ਕਿਉਂ ਨਹੀਂ ਹੁੰਦਾ ਰੂਰਲ ਡਿਵੈਲਪਮੈਂਟ ਮਿਨਿਸਟਰ ਨੂੰ? ਔਰ ਮਿਨਿਸਟਰ ਹੱਸ ਕੇ ਪੱਤਰਕਾਰਾਂ ਕੋਲ ਚਲਾ ਜਾਂਦਾ ਤੇ ਕੋਈ ਸਵਾਲ ਨਹੀਂ ਹੈ। ਸਵਾਲ ਤਾਂ ਹੋ ਪਹਿਲਾਂ ਅਸੀਂ ਲਿਟਰੇਟ ਬਣੀਏ,
ਸਾਨੂੰ ਉਸ ਗੱਲ ਦਾ ਪਤਾ ਹੋਏਗਾ ਤਾਂ ਜਾ ਕੇ ਕਿਸੇ ਨਾਲ ਉਸ ਲੈਵਲ ਦੀ ਗੱਲ ਹੋਏਗੀ। ਇੱਕ ਇਹ ਗੱਲ ਹੈ ਕਿ ਤੁਹਾਡੇ ਕੋਲ ਐਕਨੋਲਜਮੈਂਟ, ਮੈਂ ਫੇਰ ਇਹਦੇ 'ਚ ਹੀ ਕਹਿਣਾ, ਗਰੀਬ ਬੰਦੇ ਤੋਂ ਨਹੀਂ ਫੜਦੇ ਕਈ ਵਾਰ ਆਰਮੀ, ਇਕੱਠੇ ਹੋ ਕੇ ਜਾਓਗੇ ਤਾਂ ਸ਼ਾਇਦ ਫੜ ਲੈਣਗੇ, ਫਿਰ ਵੀ ਨਹੀਂ ਫੜਦੇ। ਰਜਿਸਟਰੀ ਕਰਾ ਦਿਓ, ਰਜਿਸਟਰੀ ਦਾ ਸਬੂਤ ਤੁਹਾਡੇ ਹੱਥ 'ਚ ਹੈ। ਕੋਈ ਤਾਂ ਖੋਲੂਗਾ ਦਫ਼ਤਰ 'ਚ ਜਾ ਕੇ ਕਿ ਇਸ ਦਫ਼ਤਰ 'ਚ ਅਰਜੀ ਇਸ ਦਿਨ ਤੋਂ ਚਲੀ ਗਈ ਹੈ, ਤਾਂ ਤੁਸੀਂ ਦਾਅਵੇਦਾਰ ਬਣ ਕੇ ਕਾਨੂੰਨੀ ਤੌਰ ਤੇ ਆਪਣੇ ਬੇਰੁਜ਼ਗਾਰੀ ਭੱਤੇ ਦੀ ਲੜਾਈ ਲੜਨ ਵਾਸਤੇ। ਔਰ ਇਸੇ ਕਰਕੇ ਜਿਹੜਾ ਫਿਰ ਉਹ ਕੰਮ ਹੈ, ਜਿੱਦਣ ਪ੍ਰੋਜੈਕਟ ਬਣੇਗਾ ਕੰਮ ਤੇ, ਜਿੱਦਣ ਸਰਪੰਚ ਆ ਕੇ ਕਹਿੰਦਾ ਜਾਂ ਪੰਚ ਆ ਕੇ ਕਹਿੰਦਾ ਜਾਂ ਵੀਡੀਓ ਕਹਿੰਦਾ, ਉਦੋਂ ਨਹੀਂ ਲੱਗ ਜਾਣਾ। ਇਹ ਐਕਟ ਇਹ ਕਹਿੰਦਾ ਕਿ ਜੇ ਮੈਨੂੰ ਅੱਜ ਕਿਸੇ ਨੇ ਰੱਖਿਆ ਅਦਾਰੇ ਨੂੰ, ਮੇਰੇ ਨਾਲ ਇੱਕ ਐਗਰੀਮੈਂਟ ਕੀਤਾ ਨਾ, ਮੈਨੂੰ ਅਰਜੀ ਅਪਾਇੰਟਮੈਂਟ ਲੈਟਰ ਦਿੱਤਾ ਹੈ, ਨਿਯੁਕਤੀ ਪੱਤਰ ਦਿੱਤਾ ਹੈ ਕਿ ਮੈਂ ਇੱਥੇ ਮੁਲਾਜ਼ਮ ਹਾਂ। ਮਨਰੇਗਾ 'ਚ ਨਿਯੁਕਤੀ ਪੱਤਰ ਦੇਣਾ ਪੈਂਦਾ ਕੰਮ ਇਹਨੂੰ। ਅੱਛਾ, ਪੰਜਾਬ 'ਚ ਕਿਸੇ ਨੂੰ ਨਿਯੁਕਤੀ ਪੱਤਰ ਮਿਲਿਆ ਤਾਂ ਮੈਨੂੰ ਦੱਸ ਦਿਓ। ਇੱਥੇ ਲੜਾਈ ਲੜ ਕੇ 1000 ਕੁ ਬੰਦੇ ਨੇ ਲਿਆ, ਉਹਨਾਂ ਮੈਨੂੰ ਪਤਾ, ਬਾਕੀ ਨੂੰ ਕੋਈ ਨਿਯੁਕਤੀ ਪੱਤਰ ਨਹੀਂ ਦੇ ਰਿਹਾ। ਜਿੰਨਾ ਚਿਰ ਨਿਯੁਕਤੀ ਪੱਤਰ ਨਹੀਂ ਮਿਲਦਾ ਫਿਰ ਉਹ ਕੰਮ ਤੇ ਚਲਾ ਜਾਂਦਾ। ਫਿਰ ਸਾਡੇ ਕੋਲ ਖਬਰਾਂ ਐਸੀਆਂ ਆਉਂਦੀਆਂ ਨੇ ਵੀ ਮੇਰੇ ਤੋਂ ਕੰਮ ਵੀ ਕਰਾ ਲਿਆ, ਮੈਨੂੰ ਪੈਸੇ ਨਹੀਂ ਮਿਲੇ। ਪੈਸੇ ਨਾ ਮਿਲਣ ਦੀਆਂ ਖਬਰਾਂ ਤਾਂ ਬਹੁਤ ਛਪਦੀਆਂ, ਇਸੇ ਕਰਕੇ ਛਪਦੀਆਂ ਨੇ। ਦਿਲਚਸਪ ਗੱਲ ਹਮੀਰ ਸਿੰਘ ਜੀ ਇਹ ਹੈ ਕਿ ਇਹ ਸਿਰਫ ਇਹੀਆਂ ਜਿਹੀਆਂ ਖਬਰਾਂ ਵੀ ਪ੍ਰਿੰਟ ਮੀਡੀਆ 'ਚ ਛਪਦੀਆਂ ਨੇ। ਜਿਹੜਾ ਇਲੈਕਟ੍ਰੋਨਿਕ ਮੀਡੀਆ ਤਾਂ ਮੇਰਾ ਖਿਆਲ ਹੈ ਆਪਾਂ ਹੀ ਗੱਲ ਕਰ ਰਹੇ ਹਾਂ ਇਹਦੇ ਤੇ, ਮੇਨ ਸਟ੍ਰੀਮ ਇਲੈਕਟ੍ਰੋਨਿਕ ਮੀਡੀਆ ਤਾਂ ਮਨਰੇਗਾ ਮਜ਼ਦੂਰਾਂ ਦੀ ਗੱਲ ਹੀ ਨਹੀਂ ਕਰ ਰਿਹਾ, ਪਿੰਡ ਦੇ ਪੱਧਰ ਦੇ ਰੁਜ਼ਗਾਰ ਦੀ ਗੱਲ ਹੀ ਨਹੀਂ ਕਰ ਰਿਹਾ। ਬਹੁਤੀ ਥਾਈਂ ਤਾਂ ਪਿੰਡ ਗੈਰ ਹਾਜ਼ਰ ਹੈ ਇਲੈਕਟ੍ਰੋਨਿਕ ਮੀਡੀਆ ਦੇ ਫਿਕਰਾਂ 'ਚੋਂ। ਉਹਦੇ 'ਚ ਮੈਂ ਇਹ ਕਹਿ ਰਿਹਾ ਕਿ ਮੈਂ ਇਹ ਜਿਹੜੇ ਚੋਰ ਮੋਰੀਆਂ ਨੂੰ ਬੰਦ ਕਰਨ ਦਾ ਰਸਤਾ ਦੱਸਦਾ ਨਾ। ਜੇ ਤੁਹਾਡੇ ਕੋਲ ਇਹ ਸਿਸਟਮ ਹੈ, ਤੁਹਾਡੇ ਨਿਯੁਕਤੀ ਪੱਤਰ ਤੁਹਾਡੇ ਕੋਲ ਆ ਗਿਆ, ਮਾਸਟਰ ਆਲ ਤੁਹਾਡੇ ਕੋਲ ਆ ਗਿਆ, ਤੇ ਉੱਥੇ ਹਾਜ਼ਰੀ ਲਾਉਣੇ, ਦੁਨੀਆ ਦਾ ਕੋਈ ਤਾਕਤ, ਪ੍ਰਾਈਮ ਮਿਨਿਸਟਰ, ਚੀਫ ਮਿਨਿਸਟਰ, ਵੀਡੀਓ ਦੀ ਤਾਂ ਔਕਾਤ ਕੋਈ ਨਹੀਂ ਹੈ ਕਿ ਉਹ ਤੁਹਾਡੇ ਪੈਸੇ ਰੱਖਣ ਜੀ। ਜੇ ਉਹਨੇ ਕਿਸੇ ਵੀ ਕੋਰਟ 'ਚ ਜਾ ਕੇ ਆਪਣੀ ਵਰਦੀ ਲਹਾਉਣੀ ਹੈ ਤੇ ਆਪਣੀ ਉਹ ਦਵਾਉਣੀ ਹੈ, ਉਹ ਅਲੱਗ ਸਵਾਲ ਹੈ। ਪਰ ਤੁਹਾਡੇ ਕੋਲ ਨਿਯੁਕਤੀ ਪੱਤਰ ਤੇ ਮਾਸਟਰ ਰੋਲ ਤੇ ਹਾਜ਼ਰੀ ਲਾਉਣੀ ਹੈ, ਤੁਸੀਂ ਇਹ ਤੋਂ ਬਿਨਾਂ ਜਾਣਾ ਹੀ ਨਹੀਂ। ਔਰ ਜਿੰਨਾ ਚਿਰ ਇਹ ਨਹੀਂ ਕਰਦੇ, ਜਿਹੜੀਆਂ ਮਨਰੇਗਾ 'ਚ ਬਾਕੀ ਸੁਵਿਧਾਵਾਂ ਨੇ, ਜੇ ਕੰਮ ਕਰਦੇ ਬੰਦੇ ਨੂੰ ਹੀਨ ਕੀਮ ਹੋ ਗਈ, ਤੁਹਾਡੀ ਡੈਥ ਹੋ ਗਈ, ਤਾਂ ਉਹ ਬੀਮਾ ਤੁਹਾਨੂੰ ਤੁਹਾਡੇ ਪਰਿਵਾਰ ਨੂੰ ਮਿਲਦਾ ਹੈ। ਜੇ ਤੁਸੀਂ ਨਿਯੁਕਤੀ ਪੱਤਰ ਮਾਸਟਰ ਰੋਲ ਤੇ ਹਾਜ਼ਰੀ ਨਹੀਂ ਲਾਈ, ਤੁਹਾਡੀ ਡੈਥ ਵੀ ਹੋ ਗਈ, ਕੁਝ ਨਹੀਂ ਮਿਲਦਾ। ਮੇਰੇ ਆਪਣੇ ਪਿੰਡ ਲਬਾਣੇ ਦੀ ਗੱਲ ਹੈ, ਢਾਬ ਸੀ ਵੱਡੀ, ਉੱਥੇ ਸੱਪ ਸੀ, 4 ਔਰਤਾਂ ਨੂੰ ਸੱਪ ਲੜਿਆ। 100% ਫ੍ਰੀ ਟ੍ਰੀਟਮੈਂਟ ਹੈ ਮਨਰੇਗਾ 'ਚ, ਪਰ ਉਹਨਾਂ ਨੂੰ ਇੰਨਾ ਪਤਾ ਸੀ ਕਿਉਂਕਿ ਅਸੀਂ ਮੱਥਾਮਾਰੀ ਕੀਤੀ ਇੰਨੀ ਕੁ ਬੜੇ ਲੰਮੇ ਸਮੇਂ ਤੋਂ ਕਿ ਨਿਯੁਕਤੀ ਪੱਤਰ ਤੋਂ ਬਿਨਾਂ ਨਹੀਂ। ਔਰ ਐਂਬੂਲੈਂਸ ਬੁਲਾਉਣਾ, ਜਿਹੜਾ ਉੱਥੇ ਸੁਪਰਵਾਈਜ਼ਰ ਉਹਦੀ ਜ਼ਿੰਮੇਵਾਰੀ ਹੈ, ਸਾਰੇ ਚੁੱਪ ਕਰਕੇ ਬੈਠ ਜਾਓ, ਉਹਦੇ ਗਲ ਪਊਗਾ ਕਤਲ ਜੇ ਕਰੋ ਬੰਦੇ ਉਹਨੂੰ ਕੁਛ ਹੋ ਗਿਆ ਤੇ ਟੋਟਲ ਉਹਦੀ ਜੇਬ 'ਚੋਂ ਕੱਟਿਆ ਜਾਏਗਾ ਜੇ ਥੋੜਾ ਜਿਹਾ ਕੁਛ ਹੋ ਗਿਆ। ਐਂਬੂਲੈਂਸ ਉਹਨੇ ਬੁਲਾਉਣੀ, ਅੱਗੇ ਜਾ ਕੇ ਉਹਨੇ ਦੱਸਣਾ, ਵੀਡੀਓ ਭੱਜਿਆ ਆਏਗਾ ਕਿ ਇਹਦਾ ਇਲਾਜ ਕਰੋ ਜਨਾਬ। ਨਹੀਂ ਦੱਸਦੇ ਨੇ ਕਿ ਨਹੀਂ ਲੋਕ ਇਹਨਾਂ ਕੰਮਾਂ ਦੇ ਵਿੱਚ ਕਰਦੇ ਕੁਰਦੇ ਤੇ ਕੋਈ ਨਹੀਂ ਮਿਲਦਾ। ਇਹ ਇੱਕੋ ਇੱਕ ਤਰੀਕਾ ਹੈ ਕਿ ਜੇਕਰ ਉਹਦਾ ਲਾਹਾ ਤੁਸੀਂ ਲੈਣਾ ਹੈ ਤਾਂ ਤੁਹਾਡੇ ਕੋਲ ਪ੍ਰੂਫ ਹੋਣਾ ਚਾਹੀਦਾ ਹੈ। ਪਹਿਲਾ ਪ੍ਰੂਫ ਤੁਸੀਂ ਅਰਜੀ ਦੇਤੀ ਜੌਬ ਕਾਰਡ ਦੀ, ਦੂਜਾ ਪ੍ਰੂਫ ਤੁਸੀਂ ਅਰਜੀ ਦਿੱਤੀ ਹੈ ਕੰਮ ਦੀ, ਤੀਜਾ ਪ੍ਰੂਫ ਨਿਯੁਕਤੀ ਪੱਤਰ ਮੁਤਾਬਕ ਮਾਸਟਰ ਰੋਲ ਤੇ ਦਸਤਖਤ ਕਰਨੇ ਨੇ। ਇਹ ਤੋਂ ਬਿਨਾਂ ਕੋਈ ਹੋਰ ਚਾਰਾ ਨਹੀਂ। ਨਾਲ ਇਹ ਹੈ ਫਿਰ ਜੇ ਸਾਰਾ ਕੁਝ ਤੁਹਾਡੇ ਕੋਲ ਹੈਗਾ, ਤੁਹਾਨੂੰ ਸਮੇਂ ਤੇ ਦਿਹਾੜੀ ਨਹੀਂ ਮਿਲੀ, 15ਵੇਂ ਦਿਨ ਦਿਹਾੜੀ ਤੁਹਾਨੂੰ ਮਿਲਣਾ ਜ਼ਰੂਰੀ ਹੈ ਜੀ, ਤਾਂ ਵਿਦ ਵਿਆਜ ਮਿਲੂਗੀ ਉਦੋਂ ਬਾਅਦ। ਇਹ ਇੱਕੋ ਹੀ ਐਕਟ ਹੈ ਇਸ ਸਿਸਟਮ ਦੇ, ਪਰ ਇਹ ਹਾਲੇ ਤੱਕ ਹੋਇਆ ਤਾਂ ਨਹੀਂ। ਤੇ ਵਿਦ ਵਿਆਜ ਮਿਲਦਾ ਨਹੀਂ। ਕੋਰਟਾਂ ਨੇ ਕਈ ਜਗ੍ਹਾ ਦਵਾਇਆ ਵੀ ਹੈ, ਕਈ ਸੂਬਿਆਂ 'ਚ ਦਵਾਇਆ ਤੇ ਕਈ ਜਗ੍ਹਾ ਦਵਾਇਆ। ਐਸੀ ਗੱਲ ਨਹੀਂ ਕਿ ਨਹੀਂ ਮਿਲਦਾ, ਕਿਉਂਕਿ ਸਾਡੇ ਕੋਲ ਆਹ ਲੂਪ ਹੋਲ ਨੇ, ਇਹਨਾਂ 'ਚੋਂ ਬਚਦੇ ਨੇ ਅਫਸਰ, ਇਹ ਸਾਰੀਆਂ ਚੀਜ਼ਾਂ 'ਚੋਂ ਬਚਦੇ ਨੇ। ਜੇ ਇਹ ਪਲੱਗ ਕਰਨ ਲੱਗ ਜਾਈਏ ਤਾਂ ਇਹ ਚੀਜ਼ਾਂ ਤੋਂ ਨਹੀਂ ਬਚਣਗੇ। ਜਿਹੜੇ ਵੀ ਬੰਦੇ ਐਕਟਿਵਿਸਟ ਨੇ, ਜਿਹੜੇ ਬੰਦੇ ਕੰਮ ਕਰ ਰਹੇ ਨੇ ਸਮਾਜ ਦੇ ਵਿੱਚ, ਮਨਰੇਗਾ ਲਈ ਬਹੁਤ ਲੋਕ ਕੰਮ ਕਰ ਰਹੇ ਨੇ, ਐਸੀ ਗੱਲ ਨਹੀਂ। ਉਹਨਾਂ ਨੂੰ ਇਹ ਗੱਲ ਸਿੱਖ ਕੇ ਉਸ ਪਾਸੇ ਵੱਲ ਚੱਲਣਾ ਪਏਗਾ। ਔਰ ਇਹ ਤੋਂ ਅਗਲਾ ਜਿਹੜਾ ਸਵਾਲ ਹੈ ਇਸ ਸਾਰੇ ਸਵਾਲ ਤੇ, ਇਹ ਮਨਰੇਗਾ ਗ੍ਰਾਮ ਸਭਾ ਤੋਂ ਬਿਨਾਂ ਇੰਪਲੀਮੈਂਟ ਨਹੀਂ ਹੋ ਸਕਦੀ। ਸਭ ਤੋਂ ਵੱਡਾ ਕੁਐਸਚਨ ਹੈ ਕਾਰਨ ਕੀ ਹੈ? ਕਾਰਨ ਕੀ ਹੈ ਕਿ ਪੰਜਾਬ 'ਚ ਬੋਗਸ ਗ੍ਰਾਮ ਸਭਾਵਾਂ ਹੁੰਦੀਆਂ ਨੇ। ਅਗਸਤ ਦੇ ਮਹੀਨੇ ਤੱਕ ਗ੍ਰਾਮ ਸਭਾ ਬੁਲਾ ਕੇ ਉਹਦਾ ਲੇਬਰ ਬਜਟ ਦਾ ਮਤਾ ਪਾ ਕੇ ਕੇਂਦਰ ਸਰਕਾਰ ਨੂੰ ਭੇਜਣਾ ਹੁੰਦਾ। ਅਗਸਤ ਦਾ 1 ਮਹੀਨਾ ਉਹਨਾਂ ਨੇ ਮਤਾ ਪਾਤਾ ਗ੍ਰਾਮ ਸਭਾ ਨੇ। ਗ੍ਰਾਮ ਸਭਾ ਨੇ ਮਤਾ ਕਿਵੇਂ ਪਾਉਣਾ? ਮੰਨ ਲਓ ਮੇਰੇ ਪਿੰਡ 200 ਜੌਬ ਕਾਰਡ ਬਣਿਆ ਹੋਇਆ ਜੀ, 200 ਬੰਦਾ ਤੇ ਦਿਹਾੜੀ 263 ਹੈ, ਉਹਨੂੰ 263 ਨਾਲ ਗੁਣਾ ਕਰਤੀ ਤੇ 100 ਦਿਨ ਕੰਮ ਦੇਣਾ, 100 ਦਿਨ ਕੰਮ ਨਾਲ ਗੁਣਾ ਕਰਤੀ। ਜਿੰਨੇ ਉਹ ਪੈਸੇ ਬਣੇ, ਉਹ ਪੈਸੇ 50 ਲੱਖ ਤੋਂ ਘੱਟ ਨਹੀਂ ਬਣਦੇ। ਉਹ ਪੈਸਿਆਂ ਦਾ ਮਤਾ ਪਾ ਕੇ ਭੇਜਣਾ ਪੈਂਦਾ। 1 ਮਹੀਨਾ ਵੱਧ ਤੋਂ ਵੱਧ ਵੀਡੀਓ ਦਫ਼ਤਰ ਰੱਖ ਸਕਦਾ ਉਹਨੂੰ,
ਉਦੋਂ 1 ਮਹੀਨਾ DDPO ਦਫ਼ਤਰ ADC ਡਿਵੈਲਪਮੈਂਟ ਰੱਖ ਸਕਦਾ, 1 ਮਹੀਨਾ ਸਟੇਟ ਗਵਰਨਮੈਂਟ ਰੱਖ ਸਕਦੀ ਹੈ, ਚੌਥੇ ਮਹੀਨੇ ਯੂਨੀਅਨ ਗਵਰਨਮੈਂਟ ਕੋਲ ਇਕੱਠਾ ਹੋਣਾ ਪੂਰੇ ਦੇਸ਼ ਦਾ। ਜੀ ਜਿੰਨੀ ਡਿਮਾਂਡ ਆਈ ਹੈ, ਮੈਂ ਪਹਿਲਾਂ ਕਹਿ ਕਿ ਡਿਮਾਂਡ ਆਧਾਰਿਤ ਐਕਟ ਹੈ, ਇਹ ਸਪਲਾਈ ਆਧਾਰਿਤ ਨਹੀਂ, ਉਹਦੇ ਲਿਹਾਜ਼ ਨਾਲ ਬਜਟ ਰੱਖਣਾ ਜ਼ਰੂਰੀ ਹੈ। ਇਹ ਤਾਂ ਕੰਮ ਹੋਇਆ ਵੀ ਤਾਂ, ਕਿਉਂਕਿ ਇਹ ਤਾਂ 90% ਦਿਹਾੜੀ ਗਵਰਨਮੈਂਟ ਆਫ ਇੰਡੀਆ ਤੋਂ ਆਉਂਦੀ ਹੈ ਤੇ 10% ਸਟੇਟ ਗਵਰਨਮੈਂਟ ਤੋਂ ਜਾਂਦੀ ਹੈ। ਇਹ ਕੰਮ ਹੋਇਆ ਵੀ ਤਾਂ ਦਿਖਾਉਣਾ ਹੋਏਗਾ ਨਾ, ਕੰਮ ਜੋ ਕਰਵਾਏ ਗਏ ਨੇ ਮਗਨਰੇਗਾ ਦੇ ਤਹਿਤ ਉਹ ਦਿਖਾਈ ਜਾਣਗੇ, ਉਹ ਤਾਂ ਕਰ ਹੀ ਰਹੇ ਨੇ, ਜਿੰਨਾ ਵੀ ਕਰਦੇ ਨੇ ਸਭ ਦੇ ਸਾਹਮਣੇ ਨੇ। ਉਹ ਕੰਮ ਦਾ ਬਾਅਦ ਦਾ ਕੁਐਸਚਨ ਹੈ, ਪਹਿਲਾਂ ਰਾਈਟ ਤਾਂ ਦਿਓ, ਜੇ ਕੰਮ ਹੀ ਨਹੀਂ ਦੇ ਰਹੇ ਤਾਂ ਕੰਮ ਦਿਖਾਉਣਾ ਤਾਂ ਬਾਅਦ ਦੀ ਗੱਲ ਹੈ ਵੀ ਤੁਸੀਂ ਦਿਖਾਓਗੇ ਕਿੱਥੇ ਤੇ ਕਿਵੇਂ ਕਰੋਗੇ। ਔਰ ਇਹਦੇ 'ਚ ਮੈਨੂੰ ਇਹ ਲੱਗਦਾ ਕਿ ਪੰਜਾਬ ਦੀ ਅਨਪਲਾਇਮੈਂਟ ਇਹ ਇਕੱਲਾ ਮਜ਼ਦੂਰ ਲਈ ਨਹੀਂ, 5 ਏਕੜ ਤੋਂ ਘੱਟ ਵਾਲਾ ਕਿਸਾਨ ਆਪਣੇ ਖੇਤ 'ਚ ਕੰਮ ਕਰਕੇ ਵੀ ਮਨਰੇਗਾ ਦੀ ਦਿਹਾੜੀ ਲੈਣ ਦਾ ਹੱਕਦਾਰ ਹੈ। ਬਿਲਕੁਲ ਹੱਕਦਾਰ ਹੈ। ਹਜੇ ਉਹ ਕਣਕ ਝੋਨੇ 'ਚ ਨਹੀਂ ਹੈ, ਅਜੇ ਉਹ ਬਾਗਬਾਨੀ 'ਚ ਹੈ, ਅਜੇ ਉਹ ਪਾਣੀ ਦੇ ਮਾਮਲੇ 'ਚ ਹੈ, ਵਾਟਰ ਕੰਜ਼ਰਵੇਸ਼ਨ ਦੇ ਵਿੱਚ ਹੈ, ਅਜੇ ਉਹ ਡੇਅਰੀ ਸਾਈਡ 'ਚ ਹੈ, ਕੈਟਲ ਸਾਈਡ 'ਚ ਹੈ, ਮੁਰਗੀ ਸਾਈਡ 'ਚ ਹੈ, ਡਿਫਰੈਂਟ ਟਾਈਪ ਦੇ ਜਿਹੜੇ 38 ਕਿਸਮ ਦੇ ਕੰਮ ਨੇ, ਉਹਨਾਂ ਦੇ ਵਿੱਚ ਤੁਸੀਂ ਆਪਦੇ ਖੇਤ 'ਚ ਕੰਮ ਕਰਕੇ ਦਿਹਾੜੀ ਲੈਣ ਦੇ ਹੱਕਦਾਰ ਹੋ। ਹੁਣ ਅਸੀਂ ਲੜ ਰਹੇ ਹਾਂ ਕਿ ਸਾਨੂੰ 500 ਰੁਪਏ ਦਾ ਕੋਈ ਹੋਰ ਘੱਟ ਕਰ ਦਿਓ, 100 ਰੁਪਏ ਬੋਨਸ ਦੇ ਦਿਓ, ਤੇ ਜੇਕਰ 5 ਏਕੜ ਤੱਕ ਵਾਲਿਆਂ ਲਈ ਮਨਰੇਗਾ ਅਸੀਂ ਲਾਗੂ ਕਰਾ ਜਾਂਦੇ ਹਾਂ ਤਾਂ 263 ਰੁਪਏ ਦਿਹਾੜੀ ਹੈ, 26,000 ਰੁਪਇਆ ਸਾਲ ਦਾ ਅਸੀਂ ਦਵਾ ਦਿੰਦੇ ਹਾਂ, 26,300 ਰੁਪਈਆ, 2,2200 ਰੁਪਏ ਪੈਨਸ਼ਨ ਲੱਗੀ ਫਾਰਮਰ ਦੀ ਇੱਕ ਟਾਈਪ, ਉਹਦਾ ਚੁੱਲ੍ਹਾ ਚੱਲਦਾ 2,2200 ਰੁਪਏ ਮਹੀਨੇ ਦੇ ਲਿਹਾਜ਼ ਨਾਲ। ਤੇ ਜੇਕਰ ਅਸੀਂ ਬਾਕੀ ਦੀਆਂ ਜਿਹੜੀਆਂ ਚੀਜ਼ਾਂ ਚੱਲਦੇ ਉਹਦਾ ਕੋਈ ਮਤਲਬ ਨਹੀਂ ਹੈ, ਜਿਹੜੀਆਂ ਬਾਕੀ ਕਈਆਂ ਮੰਗੀ ਜਾਓ, ਜਿਹੜਾ ਲਾ, ਜਿਹੜਾ ਫੰਡਾਮੈਂਟਲ ਹੱਕ ਤੁਹਾਡੇ ਕੋਲ ਹੈ ਉੱਤੇ ਤੁਸੀਂ ਫੋਕਸ ਨਹੀਂ ਕਰ ਰਹੇ ਹੋ। ਨਾ ਕੋਈ ਕਿਸਾਨ ਯੂਨੀਅਨ ਕਰ ਰਹੀ ਹੈ ਉੱਤੇ ਫੋਕਸ, ਨਾ ਕੋਈ ਹੋਰ, ਮੈਂ ਤਾਂ ਸੁਣਿਆ ਨਹੀਂ ਕਦੇ ਕਿਸੇ ਕਿਸਾਨ ਯੂਨੀਅਨ ਦੇ ਡਿਮਾਂਡ ਚਾਰਟ। ਇਹਦੀ ਵਜ੍ਹਾ ਕੀ ਹੈ, ਉਹਦੀ ਵਜ੍ਹਾ ਕੀ ਹੈ ਕਿ ਕਿਸਾਨ ਯੂਨੀਅਨਸ ਨਹੀਂ ਕਿਧਰੇ ਨਹੀਂ ਕਿਤੇ ਕਿਤੇ ਇਹ ਗੱਲ ਇਸ ਤਰ੍ਹਾਂ ਪੇਸ਼ ਕੀਤੀ ਜਾਂਦੀ ਹੈ ਕਿ ਪਿੰਡ 'ਚ ਫਿਰ ਉਹ ਦਿਹਾੜੀਦਾਰ ਹੀ ਨਹੀਂ ਮਿਲਦੇ, ਕਿਉਂਕਿ ਮਨਰੇਗਾ ਦੇ ਉਹਨਾਂ ਨੂੰ ਪੈਸੇ ਮਿਲਦੇ ਨੇ, ਉਹ ਤਾਂ ਗੱਲ ਨਹੀਂ ਕਰਾਉਂਦੇ ਦਿਹਾੜੀਦਾਰ ਤਾਂ ਕਿਸੇ ਤੋਂ ਮਜ਼ਦੂਰ ਤੇ। ਨਹੀਂ, ਪਹਿਲੀ ਗੱਲ ਤਾਂ ਇਹੀ ਹੈ ਨਾ, ਪ੍ਰੈਕਟਿਸ ਦੇਖੋ, 27 ਦਿਨ ਤੋਂ ਵੱਧ ਤਾਂ ਐਵਰੇਜ ਅਜੇ ਤੱਕ ਕਿਸੇ ਨੂੰ ਰੁਜ਼ਗਾਰ ਨਹੀਂ ਮਿਲਿਆ। ਜੌਬ ਕਾਰਡ ਵੀ ਅਜੇ ਪੂਰੇ ਲੋਕਾਂ ਦੇ ਨਹੀਂ, ਅੱਧੇ ਲੋਕਾਂ ਦੇ ਬਣੇ ਹੋਏ ਨੇ। ਇਹ ਤਾਂ ਵਾਧੂ ਦੀ ਫਜ਼ੂਲ ਦੀਆਂ ਦਲੀਲਾਂ ਨੇ, ਕਿਉਂਕਿ ਵਿਦਆਊਟ ਤੱਥ, ਵਿਦਆਊਟ ਗੱਲ ਦਾ ਕੋਈ ਮਤਲਬ ਨਹੀਂ ਹੈ। ਜੇ ਤੁਸੀਂ ਮਨਰੇਗਾ 'ਚ ਟੋਟਲ ਬੇਜ਼ਮੀਨੇ ਬੰਦੇ ਲਾ ਦਿਓ ਤੇ 5 ਏਕੜ ਵਾਲਾ ਫਾਰਮਰ, 32 ਲੱਖ ਪਰਿਵਾਰ ਪਿੰਡਾਂ 'ਚ ਰਹਿੰਦਾ, 28 ਲੱਖ ਜੌਬ ਕਾਰਡ ਬਣ ਸਕਦਾ ਪਿੰਡਾਂ 'ਚ। 28 ਲੱਖ ਬੰਦੇ ਨੂੰ ਡਾਇਰੈਕਟ ਰੁਜ਼ਗਾਰ ਜਿਹੜਾ 100 ਦਿਨ ਦਾ ਜੇਕਰ ਮਿਲਦਾ। ਅੱਜ 58% ਲੋਕ ਪਿੰਡਾਂ ਦੇ ਨੇ ਜਿਹੜੇ 5,000 ਰੁਪਏ ਮਹੀਨੇ ਤੋਂ ਘੱਟ ਤੇ ਗੁਜ਼ਾਰਾ ਕਰ ਰਹੇ ਨੇ। ਇਹ ਗਵਰਨਮੈਂਟ ਆਫ ਇੰਡੀਆ ਦਾ ਆਪਦਾ ਸੈਂਸਸ ਹੈ, ਇਹ ਮੇਰੇ ਫਿਗਰ ਨਹੀਂ ਹੈ ਜੀ। ਤਾਂ ਜੇ ਮਨਰੇਗਾ ਦਾ ਐਡੀਸ਼ਨਲ ਉਹਨਾਂ ਕੋਲ ਚਲਾ ਜਾਂਦਾ, 5,000 ਜੁੜ ਕੇ 10,000 ਹੋ ਜਾਂਦਾ, ਤਾਂ ਟੈਕ ਸਕਦਾ ਪਰਿਵਾਰ ਥੋੜ੍ਹਾ ਬਹੁਤ ਪਹਿਲਾਂ ਦੇ ਕਿਸੇ ਦੇ ਕੰਪੈਰੇਟਿਵਲੀ। ਔਰ ਅਗਲੀ ਗੱਲ ਇਹ ਹੈ ਕਿ ਨਾ ਕੇਵਲ ਇਹ ਕਿਸਾਨੀ ਪਲੱਸ ਮਜ਼ਦੂਰਾਂ ਦਾ, ਜਿਹੜੇ ਪੜ੍ਹੇ ਲਿਖੇ ਬੱਚੇ ਨੇ ਉਹਨਾਂ ਲਈ ਇਹ 'ਚ ਰੁਜ਼ਗਾਰ ਦੀ ਸੰਭਾਵਨਾ ਬਹੁਤ ਜ਼ਿਆਦਾ। ਹਰ 50 ਜੌਬ ਕਾਰਡ ਪਿੱਛੇ ਇੱਕ ਮੇਟ ਰੱਖਣਾ ਹੁੰਦਾ, ਔਰ ਪਿੰਡ ਨੇ ਆਪਦੇ ਆਪ ਰੱਖਣਾ। ਮੇਰੇ ਜੇ 200 ਜੌਬ ਕਾਰਡ ਬਣ ਗਿਆ, ਵੱਡੇ ਪਿੰਡ 'ਚ 500 ਜੌਬ ਕਾਰਡ ਵੀ ਆ, ਛੋਟੇ ਪਿੰਡ 'ਚ 100 ਤੋਂ ਲੈ ਲਓ, ਐਵਰੇਜ 200 ਜੌਬ ਕਾਰਡ ਵੀ 12,278 ਪਿੰਡ ਨੇ। ਜੇ ਪਿੰਡ 'ਚ ਸ਼ਹਿਰ ਦੀ 10,000 ਵਰਗੀ ਆ ਉਹ, ਜੇ ਪਿੰਡ ਦੇ ਵਿੱਚ ਉਹਨੇ ਹਾਜ਼ਰੀ ਲਾਉਣੀ ਹੈ ਕੇਵਲ ਜਾ ਕੇ। ਔਰ ਇਸੇ ਕਰਕੇ ਉਹਦੇ ਨਾਲ ਕੀ ਹੈ, ਉਹਦੇ ਨਾਲ ਅੱਗੇ ਇਹ ਹੈ ਕਿ ਹਰ 200 ਜੌਬ ਕਾਰਡ ਦੇ ਪਿੱਛੇ, ਜੇ ਤਾਂ ਵੱਡਾ ਪਿੰਡ ਹੈ ਉੱਥੇ ਇੱਕ ਤੋਂ ਵੱਧ 2, 3, 4 ਤੱਕ ਵੀ ਹੋ ਸਕਦੇ ਨੇ। ਛੋਟਾ ਪਿੰਡ ਹੈ, ਇੱਕ ਰੁਜ਼ਗਾਰ ਸੇਵਕ ਭਰਤੀ ਹੋਣਾ ਜਿਨ੍ਹਾਂ ਨੂੰ 15-18,000 ਰੁਪਇਆ ਮਿਲਦਾ। ਉਹ ਪੈਸਾ ਕਿਤੋਂ ਨਹੀਂ ਦੇਣਾ, ਹੋਰ ਮਨਰੇਗਾ ਦੇ ਹੀ ਮਟੀਰੀਅਲ ਕਾਸਟ 'ਚੋਂ ਦੇਣਾ। ਆਲਰੇਡੀ ਗਵਰਨਮੈਂਟ ਆਫ ਇੰਡੀਆ ਤੋਂ ਆਉਣਾ ਜ਼ਿਆਦਾ। ਜਿਹੜੇ ਕਹਿੰਦੇ ਨਾ ਜਿਹਨਾਂ ਕੋਲ ਪੈਸੇ ਦੀ ਕੰਗਾਲੀ ਆ ਪੰਜਾਬ ਦੀ ਗਵਰਨਮੈਂਟ ਕੋਲ, ਕੰਗਾਲੀ ਆਪਦੇ ਪੈਰੋਂ ਹੈ। ਤੇ ਇੱਧਰ ਕਦੇ ਸੁਣਿਆ ਦੇਸ਼ ਦਾ ਸੂਬੇ ਦਾ ਫਾਈਨਾਂਸ ਮਿਨਿਸਟਰ ਮਨਪ੍ਰੀਤ ਬਾਦਲ ਇਹ 'ਤੇ ਗੱਲ ਕਰਦਾ? ਕਦੇ ਕੈਪਟਨ ਅਮਰਿੰਦਰ ਸਿੰਘ ਦੇ ਮੂੰਹੋਂ ਸੁਣੀ ਹੈ ਗੱਲ ਇਹ ਕਿ ਇਹਦੇ 'ਤੇ ਵੀ ਫੋਕਸ ਕਰ ਲਓ ਥੋੜ੍ਹਾ ਬਹੁਤ? ਕਦੇ ਤ੍ਰਿਪਤ ਬਾਜਵੇ ਦੇ ਮੂੰਹੋਂ ਸੁਣੀ ਹੈ? ਸਵਾਲ ਇਹ ਹੈ ਕਿ ਅਸੀਂ ਇਲੀਟਰੇਟ ਹਾਂ ਉਸ ਮਾਮਲੇ 'ਤੇ, ਜਾਂ ਸਾਡੇ 'ਚ ਈਗੋ ਹੈ ਕਿ ਅਸੀਂ ਕਿਰਤੀ ਤੇ ਮਜ਼ਦੂਰ ਜਾਂ ਪਿੰਡ ਮਤਲਬ ਬਿਲਕੁਲ ਹੀ ਛੱਡ ਦਿੱਤੇ ਗਏ ਨੇ। ਔਰ ਆਹ ਟਾਸਕ ਫੋਰਸ ਨੇ ਕੰਮ ਕੀਤਾ, ਰਿਪੋਰਟ ਦਿੱਤੀ ਆ, 20 ਸਿਆਣੇ ਬੰਦੇ ਉਹਦੇ 'ਚ ਬਣਾਏ ਲਖਣਪਾਲ ਦੀ ਅਗਵਾਈ 'ਚ, ਕਿਉਂ ਗਾਇਬ ਹੈ ਮਨਰੇਗਾ ਜੀ? ਔਰ ਉਹ ਸਾਰੇ, ਜੇ ਰਾਜਸਥਾਨ, ਜੇ ਮੱਧ ਪ੍ਰਦੇਸ਼ ਤੇ ਬਾਕੀ ਸੂਬਿਆਂ 'ਚ 5 ਏਕੜ ਵਾਲੇ 20 ਲੱਖ ਪ੍ਰੋਜੈਕਟ ਪੂਰੇ ਹੋ ਸਕਦੇ ਨੇ, ਤਾਂ ਪੰਜਾਬ 'ਚ ਕਿਉਂ ਨਹੀਂ? ਇਹ ਸਵਾਲ ਦਾ ਜਵਾਬ ਤਾਂ ਦੇਣਾ ਹੀ ਪਊਗਾ ਕਿਸੇ ਨੂੰ। ਇਹ ਤਾਂ ਦੇਸ਼ ਦਾ ਐਕਟ ਹੈ, ਇਹ ਐਂ ਤਾਂ ਨਹੀਂ ਵੀ ਇਸ ਸੂਬੇ 'ਚ ਲਾਗੂ ਨਹੀਂ ਉਸ 'ਚ ਲਾਗੂ ਹੋ ਸਕਦਾ, ਤਾਂ ਇੱਥੇ ਕਿਉਂ ਨਹੀਂ ਲਾਗੂ? ਅੱਛਾ, ਕਿਸਾਨ ਜਥੇਬੰਦੀਆਂ ਦੀ ਦਿਲਚਸਪੀ ਮੰਨ ਲਓ ਇਹਦੇ ਵਿੱਚ ਨਹੀਂ ਹੈਗੀ, ਤਾਂ ਜਿਹੜੀਆਂ ਨੌਜਵਾਨ ਜਨਤਕ ਜਥੇਬੰਦੀਆਂ ਨੇ, ਹੋਰ ਵੀ ਬਹੁਤ ਜਥੇਬੰਦੀਆਂ ਨੇ, ਉਹ ਵੀ ਦਿਲਚਸਪੀ ਕਿਉਂ ਨਹੀਂ ਲੈ ਰਹੀਆਂ? ਵੀ ਆਪਾਂ ਪ੍ਰੋਗਰਾਮ ਕੀਤਾ, ਬਹੁਤ ਲੋਕਾਂ ਨੂੰ ਚਾਹੁੰਦੇ ਹੋਏ ਵੀ ਨਹੀਂ ਪਤਾ ਉਹਦੇ ਬਾਰੇ। ਇਸੇ ਤਰ੍ਹਾਂ ਮਨਰੇਗਾ ਬਾਰੇ ਵੀ
ਅਜੇ ਬਹੁਤ ਪੱਧਰ ਤੇ ਜਾਗਰੂਕਤਾ ਦੀ ਲੋੜ ਹੈ, ਹੋਰ ਕੋਈ ਕਾਰਨ ਨਹੀਂ ਹੈ। ਲੋਕ ਕਰਨਾ ਤਾਂ ਚਾਹੁੰਦੇ ਹੀ ਨੇ ਸ਼ਾਇਦ। ਔਰ ਇਹਦਾ ਅਗਲਾ ਸਵਾਲ ਜਿਹੜਾ ਮੈਂ ਇਹਦੇ ਨਾਲ ਜੋੜਦਾ ਸੀ ਵਾਤਾਵਰਨ ਦਾ ਵੀ ਤੇ ਬਾਕੀ ਦੀਆਂ ਗੱਲਾਂ ਨੇ, ਹਰ 200 ਬੂਟੇ ਪਿੱਛੇ 4 ਪਰਿਵਾਰ 90 ਦਿਨ ਦੇ ਰੁਜ਼ਗਾਰ ਤੇ ਹਰ ਸਾਲ ਲਈ ਲੱਗ ਸਕਦੇ ਨੇ, 3 ਸਾਲ ਲਈ ਬੂਟਾ ਪਾਲਣਾ। ਇਹ ਮਨਰੇਗਾ ਕਹਿੰਦੀ ਹੈ ਜੀ। ਔਰ 200 ਬੂਟਾ ਲਾਓ ਪਿੰਡ 'ਚ, ਮੰਨ ਲਓ 100 ਦਿਨ ਦਾ ਰੁਜ਼ਗਾਰ ਦੇਣਾ ਤੇ 4 ਪਰਿਵਾਰ ਆ ਜਾਣਗੇ 100 ਰੁਪਏ, ਉਹਦੇ 'ਚ 90 ਦਿਨ ਦੇ ਰੇਂਜ ਦੇ ਵਿੱਚ ਲਗਭਗ 360 ਦਿਨ ਹੋ ਗਏ 90 ਦਿਨਾਂ ਦੇ ਵਿੱਚ। ਉਹਨਾਂ ਨੇ 3 ਸਾਲ ਤੱਕ ਉਹ ਬੂਟੇ ਪਾਲਣੇ ਨੇ। ਜਿਹੜਾ ਕਹਿੰਦੇ ਨੇ ਵੀ ਉਹਦੇ 'ਚ ਕੰਮ ਹੋਣਾ ਚਾਹੀਦਾ, ਉਹਦੇ 'ਚ ਬਿਲਕੁਲ ਨਾਲ ਇੱਕ ਸ਼ਰਤ ਲੱਗੀ ਹੈ ਕਿ ਜੇ ਉਹ ਬੂਟੇ 'ਚੋਂ 5% ਤੋਂ ਵੱਧ ਮਰਦੇ ਨੇ ਉਹਨਾਂ ਬੂਟਿਆਂ 'ਚੋਂ, ਤਾਂ ਤੁਹਾਡੀ ਦਿਹਾੜੀ ਤੇ ਕਾਟ ਲੱਗੂ। ਇਸ ਲਈ ਤੁਹਾਨੂੰ ਉਹਦੀ ਬੰਦੋਬਸਤ ਕਰਨਾ ਪਊ, ਮੌਕੇ ਤੇ ਪਾਣੀ ਪਾਉਣਾ, ਡੰਗਰਾਂ ਤੋਂ ਬਚਾਉਣਾ, ਇਹ ਸਾਰਾ ਕੁਝ ਆ ਉਹਦੇ 'ਚ। ਬਿਲਕੁਲ, ਇਹ ਤਾਂ ਜ਼ਿੰਮੇਵਾਰੀ ਬਣਦੀ ਹੈ। ਜ਼ਿੰਮੇਵਾਰੀ। ਔਰ ਕਿਹੜਾ ਪਿੰਡ ਹੈ ਪੰਜਾਬ ਦਾ ਜਿੱਥੇ 5000 ਬੂਟੇ ਲਈ 4000 ਬੂਟੇ ਲਈ ਜਗ੍ਹਾ ਨਹੀਂ ਲੱਭੀ ਜਾ ਸਕਦੀ? ਸਾਂਝੀਆਂ ਥਾਵਾਂ ਨੇ। ਤੇ ਜੇ 4000 5000 ਬੂਟਾ ਤੁਸੀਂ ਪੰਜਾਬ ਦੇ ਵਿੱਚ ਜਗ੍ਹਾ ਲੱਭ ਲੈਂਦੇ ਹੋ, ਅੱਜ ਜਿਹੜਾ ਗਰੀਬ ਆਦਮੀ, ਇਮਿਊਨਿਟੀ ਖਤਮ ਹੋ ਗਈ, ਕਰੋਨਾ ਆ ਗਿਆ, ਬਾਕੀ ਰੋਗਾਂ ਕਰਕੇ ਮਰ ਰਿਹਾ, ਇਮਿਊਨਿਟੀ ਨਹੀਂ ਹੈ, ਦੇਸ਼ ਸੂਬੇ ਦੀਆਂ 58% ਤੋਂ ਵੱਧ ਔਰਤਾਂ ਅਨੀਮੀਆ ਨੇ, ਉਹ 50% ਫਲਦਾਰ ਬੂਟੇ ਲਾਓ ਤੇ 50% ਚਾਹੇ ਦੂਜੇ ਜੋ ਮਰਜ਼ੀ ਲਾਉਂਦੇ ਰਹੋ। ਸਾਨੂੰ ਸ਼ੁੱਧ ਹਵਾ ਦੀ ਹਵਾ ਨਹੀਂ ਮਿਲ ਰਹੀ। ਵਿਟਾਮਿਨਾਂ ਦੀ ਕਮੀ ਪਿੰਡ ਦੇ ਲੋਕਾਂ ਦੀ ਪੂਰੀ ਕਰ ਦੇਣਗੇ। ਔਰ ਜਿੰਨੇ ਮਰਜ਼ੀ ਖਾਂਦੇ ਰਹਿਣ, ਫਿਰ ਵੀ ਵੇਚ ਕੇ ਪੰਚਾਇਤਾਂ ਦੀ ਆਮਦਨ ਵੀ ਵਧੇਗੀ। ਇੰਨਾ ਬੂਟਾ 2500 ਬੂਟੇ ਦੇ ਫਲ ਤੁਸੀਂ ਥੋੜੀ ਖਾ ਜਾਓਗੇ, ਕੋਈ ਪਿੰਡ ਜਿੰਨਾ ਮਰਜ਼ੀ ਰਲ ਕੇ, ਫਿਰ ਵੀ ਉਹ ਮਾਲੀ ਨੂੰ ਦੇਣਾ ਪੈਂਦਾ, ਪੰਚਾਇਤਾਂ ਦੀ ਆਮਦਨ ਵੀ ਇਨਕਰੀਜ਼ ਹੋਏਗੀ ਔਰ ਇੱਕ ਪਿੰਡ ਦਾ এনवायरमेंट ਟੋਟਲੀ ਚੇਂਜ ਹੋ ਜਾਏਗਾ 5-5000 ਬੂਟੇ ਦੇ ਨਾਲ ਵੈਸੇ। ਔਰ ਨਾਲੇ ਪੁੰਨ, ਨਾਲੇ ਫਲੀਆਂ, ਨਾਲੇ ਕਿਰਤ ਮਿਲਦੀ ਹੈ ਉਹਦੇ ਚੋਂ, ਨਾਲੇ ਉਹਦੇ ਚੋਂ ਪੈਸਾ ਮਿਲਦਾ ਹੈ। ਔਰ ਕਿੰਨੇ ਬੰਦੇ ਲਾਗੇ ਉਹਦੇ ਤੇ ਰੁਜ਼ਗਾਰ ਦੇ ਵਿੱਚ, ਜਿਹੜੇ ਬਜ਼ੁਰਗ ਜਾਂ ਬਾਕੀ ਬੰਦੇ ਜਿਨ੍ਹਾਂ ਤੋਂ ਤੁਸੀਂ ਉਹ ਕਹਿੰਦੇ ਹੋ ਕਹੀ ਚਲਾਓ, ਕਹੀ ਕਿਵੇਂ ਚਲਾਏ? ਇਹ ਰੋਜੀ ਰੋਟੀ ਦਾ ਸਵਾਲ ਹੈ। ਔਰ 200 ਬੂਟੇ ਮਗਰ 5000 ਬੂਟੇ ਮਗਰ ਇੱਕ ਪਿੰਡ ਦੇ ਵਿੱਚ 200 ਨੂੰ ਗੁਣਾ ਕਰਕੇ ਦੇਖ ਲਓ ਕਿੰਨੇ ਬੰਦਿਆਂ ਨੂੰ ਪਰਮਾਨੈਂਟ ਰੁਜ਼ਗਾਰ ਮਿਲ ਗਿਆ ਸਾਲ 100 ਦਿਨ। ਇਹ ਗਿਣਤੀ ਜਿਹੜੀ ਹੈ ਇਹ 27-28 ਲੱਖ ਨੂੰ ਜਾਏਗੀ। ਔਰ ਉਹ ਸਾਰੇ ਇਹਦੇ ਤੋਂ ਬਾਅਦ ਜਿਹੜੇ ਤੁਸੀਂ ਅੱਗੇ ਦੀ ਗੱਲ ਕਰੋਗੇ ਕਿ ਰੁਜ਼ਗਾਰ ਸੇਵਕਾਂ ਤੋਂ ਅੱਗੇ ਹਰ 2500 ਜੌਬ ਕਾਰਡ ਪਿੱਛੇ ਇੱਕ ਕਲਸਟਰ ਬਣਦਾ, ਉਹਦੇ 'ਚ ਡਾਟਾ ਐਂਟਰੀ ਆਪਰੇਟਰ, 3 ਜੂਨੀਅਰ ਇੰਜੀਨੀਅਰ ਤੇ ਬਾਕੀ ਦੇ ਬੰਦੇ ਭਰਤੀ ਹੋਣੇ ਨੇ। 25,000 ਸੈਲਰੀ ਦਿੱਤੀ ਜਾ ਸਕਦੀ ਹੈ ਮਨਰੇਗਾ ਦੇ ਮਟੀਰੀਅਲ ਕਾਸਟ ਦੇ ਵਿੱਚੋਂ। ਤੁਸੀਂ ਕਦੇ ਅੰਦਾਜ਼ਾ ਲਾਓਗੇ? ਮੈਂ ਲਾਇਆ ਇਹ 69,000 ਜੌਬ ਬਣਦੀ ਹੈ ਬਿਨਾਂ ਲੇਬਰ ਤੋਂ ਪੰਜਾਬ 'ਚ। ਅੱਜ ਤੱਕ 69,000 ਕਿਹਨੇ ਕੱਢੀ ਹੈ ਜੀ? ਕਿਹੜੇ ਡਿਪਾਰਟਮੈਂਟ ਦੇ ਵਿੱਚ ਜੌਬ? ਇਹ 'ਚ ਕੀ ਲੱਗਦਾ ਪੰਜਾਬ ਗੌਰਮੈਂਟ ਦਾ? ਔਰ ਇਹ ਬਹੁਤ ਵੱਡੇ ਕੁਐਸਚਨ ਨੇ ਕਿ ਅਸੀਂ ਚਾਹੁੰਦੇ ਹੋਏ ਵੀ, ਕਾਨੂੰਨ ਬਣੇ ਹੋਣ ਦੇ ਬਾਵਜੂਦ ਵੀ, ਅਸੀਂ ਅਨਪੜ੍ਹ ਕਿਉਂ ਆ ਉਹਨਾਂ ਦੇ ਬਾਰੇ? ਅਸੀਂ ਉਹਦੇ ਬਾਰੇ ਮਤਲਬ ਮੁਹਿੰਮ ਖੜੀ ਕਿਉਂ ਨਹੀਂ ਕਰਦੇ, ਮਜਬੂਰ ਕਿਉਂ ਨਹੀਂ ਕਰਦੇ ਉਹਨਾਂ ਸਾਰੇ ਬੰਦਿਆਂ ਨੂੰ? ਔਰ ਕਲਿੱਕ ਬਣ ਜਾਂਦਾ ਹੇਠਾਂ ਤੋਂ ਲੈ ਕੇ ਉੱਪਰ ਤੱਕ, ਸਾਰੇ ਬੰਦੇ ਜਿਹੜੇ ਕੁਝ ਲੋਕ ਇਸ ਤੇ ਕੰਮ ਕਰਦੇ ਵੀ ਨੇ ਜੈਨੂਅਨਲੀ, ਉਹਦੇ ਖਿਲਾਫ ਖੜਾ ਹੋ ਜਾਂਦਾ, ਪੰਚਾਇਤ ਸੈਕਟਰੀ ਤੋਂ ਲੈ ਕੇ ਚੀਫ ਮਿਨਿਸਟਰ ਤੱਕ। ਆਹੀ ਤਾਂ ਵੀਡੀਓ ਡੀਡੀਪੀ ਤੇ ਬਾਕੀ ਦੀਆਂ ਗੱਲਾਂ ਛੱਡ ਦਿਓ। ਇਹੀ ਅੜਿੱਕੇ ਨੇ ਜਿਹਨਾਂ ਤੋਂ ਮੈਂ ਗੱਲ ਕਰਨਾ ਚਾਹੁੰਦਾ। ਕਿਰਤੀ ਨੂੰ ਇਹ ਡਿਸਾਈਡ ਕਰਨਾ ਪਏਗਾ ਕਿ ਮੇਰਾ ਭਵਿੱਖ ਜਿਹੜੀਆਂ ਗੱਲਾਂ 'ਚ, ਹੋਰ ਵੀ ਬਹੁਤ ਗੱਲਾਂ ਨੇ, ਮਨਰੇਗਾ ਇੱਕ ਗੱਲ ਹੈ ਉਹਦੇ 'ਚ, ਪਰ ਜੇ ਇੱਕ ਵਾਰ ਇਹ ਵੀ ਪੂਰੀ ਜਾਗਰੂਕ ਹੋ ਕੇ ਪੇਂਡੂ ਕਿਰਤੀ ਸਟਾਰਟ ਕਰ ਦੇ ਤਾਂ ਇਹ ਬਹੁਤ ਵੱਡੀ ਪੋਲੀਟੀਕਲ ਮੂਵਮੈਂਟ ਵੀ ਬਣ ਸਕਦੀ ਹੈ ਔਰ ਇਹ ਸੋਸ਼ਲ ਲਿਬਰੇਸ਼ਨ ਹੈ। ਮੈਂ ਉਹਨਾਂ ਔਰਤਾਂ ਤੇ ਚਿਹਰੇ ਤੇ ਰੌਣਕ ਦੇਖੀ ਹੈ ਜਦੋਂ ਮੇਰੇ ਪਿੰਡ ਦੇ ਬੰਦੇ ਇਹ ਕਹਿੰਦੇ ਨੇ ਕਿ ਤੂੰ ਇਹ ਔਰਤਾਂ ਨੂੰ ਸੰਭਾਲਤਾ ਹੈ। ਜਿਹੜੇ ਬਜ਼ੁਰਗ ਦਰਵਾਜ਼ੇ ਬੈਠੇ ਸੀ ਤੇ ਹੁਣ ਸਾਨੂੰ ਸਤਿ ਸ੍ਰੀ ਅਕਾਲ ਵੀ ਬੁਲਾ ਕੇ ਨਹੀਂ ਲੱਗਦੀ ਆ, ਤੇ ਮੈਂ ਉਹਨਾਂ ਦੇ ਸਾਹਮਣੇ ਵੀ ਇਕੱਠੇ ਕਰਦਾ ਤਾਂ ਉਹ ਕਹਿੰਦੇ ਨੇ ਪਹਿਲਾਂ ਇਹਨਾਂ ਦਾ ਗੂਹਾ ਕੂੜਾ ਕਰਦੇ ਸੀ, ਇਸ ਲਈ ਮਜਬੂਰੀ ਸੀ, ਹੁਣ ਗੌਰਮੈਂਟ ਦਾ ਕੰਮ ਕਰਦੇ ਆ, ਹੁਣ ਸਾਨੂੰ ਸਨਮਾਨ ਨਾਲ ਬੋਲਣਗੇ ਤਾਂ ਪੈਰੀ ਹੱਥ ਵੀ ਲਾ ਦਾਂਗੇ, ਸਤਿ ਸ੍ਰੀ ਅਕਾਲ ਛੱਡੋ, ਪਰ ਜੇ ਸਨਮਾਨ ਨਹੀਂ ਹੈ ਤਾਂ ਕੋਈ ਸਤਿ ਸ੍ਰੀ ਅਕਾਲ ਨਹੀਂ। ਔਰ ਜੋ ਉਹਦੇ ਤੇ ਜਲਾਓ, ਇਹ ਇਕੱਲਾ ਇਕਨੋਮਿਕਸ ਦਾ ਕੁਐਸਚਨ ਨਹੀਂ ਹੈ, ਇਹ ਸਮਾਜਿਕ ਲਿਬਰੇਸ਼ਨ ਦਾ ਕੁਐਸਚਨ ਹੈ। ਤੁਸੀਂ ਉਹ ਜਿਹੜੇ ਦੱਬੇ ਕੁਚਲੇ ਵਰਗ ਤੇ ਔਰਤ ਨੂੰ, ਖਾਸ ਤੌਰ ਤੇ ਮਨਰੇਗਾ 'ਚ ਮੈਜੋਰਟੀ ਔਰਤ ਜਾਂਦੀ ਹੈ ਜਿਹੜੀ ਉਸ ਲੈਵਲ ਤੇ, ਜੋ ਤੁਸੀਂ ਉਹਨੂੰ ਉਹ ਦੇ ਰਹੇ ਹੋ ਜਿਹੜਾ ਅੱਜ ਤੱਕ ਨਹੀਂ ਦਿੱਤਾ, ਤੇ ਇਹਦੇ 'ਚ ਔਰਤ ਹੀ ਇਨਕਲਾਬ ਕਰੇਗੀ ਇਸ ਮਨਰੇਗਾ ਦੇ ਸੈਟਅਪ 'ਚ। ਜਿੱਥੇ ਕਿਤੇ ਕੀਤਾ ਉਹੀ ਕਰ ਰਹੀਆਂ ਨੇ। ਤੁਹਾਡਾ ਮੂੰਹ ਮੁਬਾਰਕ ਜੇ ਤੁਸੀਂ ਔਰਤਾਂ ਨੂੰ ਮੋਹਰੀ ਭੂਮਿਕਾ 'ਚ ਮੰਨਦੇ ਹੋ ਕਿ ਉਹ ਇਨਕਲਾਬ ਲਿਆਉਣਗੀਆਂ ਪੰਜਾਬ 'ਚ। ਰਹੀ ਹੈ ਮਨਰੇਗਾ 'ਚ, ਆਈ ਉਹੀ ਰਹੀ ਹੈ ਜਿੱਥੇ ਜਿੱਥੇ ਉਹਨੂੰ ਪਤਾ ਲੱਗਦਾ ਜਾਂਦਾ ਹੈ ਤੇ ਉਹ ਲੀਡਰਸ਼ਿਪ ਮਰਜ ਹੁੰਦੀ ਜਾਂਦੀ ਹੈ ਤੇ ਉੱਥੇ ਉੱਥੇ ਉਹ ਕੰਮ ਉਸ ਲੈਵਲ ਤੇ ਹੁੰਦਾ ਜਾ ਰਿਹਾ। ਪਰ ਇਹਦੇ 'ਚ ਮੈਨੂੰ ਲੱਗਦਾ, ਮੇਰੀ ਅਪੀਲ ਇਹ ਸਾਰੇ ਲੋਕ ਉਹਨਾਂ ਨੂੰ ਹੈ ਜਿਹੜੇ ਬੰਦੇ ਪਿੰਡ ਛੱਡ ਕੇ ਆ ਗਏ ਨੇ, ਸ਼ਹਿਰਾਂ 'ਚ ਨੇ, ਕੋਈ ਗੱਲ ਨਹੀਂ, ਸਭ ਦੀਆਂ ਮਜਬੂਰੀਆਂ ਨੇ, ਕਿਸੇ ਨਾ ਕਿਸੇ, ਚਾਹੇ ਆਪਣੇ ਚੰਗੇ ਲਈ ਆਏ ਜਿਵੇਂ ਮਰਜ਼ੀ, ਆਪਣੇ ਪਿੰਡਾਂ ਨਾਲ ਜੁੜੇ ਰਹੇ, ਸਾਲ ਛਮਾਹੀ ਚੱਕਰ ਮਾਰਨ, ਜਦੋਂ ਵੀ ਛੁੱਟੀ ਹੈ ਚੱਕਰ ਮਾਰਨ,
ਗਿਆਨ ਜਿੰਨਾ ਕੁ ਹੈ ਉੱਥੇ ਜਾ ਕੇ ਸਾਂਝਾ ਕਰੋ। ਇਕੱਲੇ ਹਵਾਈ ਕਿਲੇ ਰੂਟਲੈਸ ਬੰਦੇ ਦਾ ਕੋਈ ਦੁਨੀਆ ਨਹੀਂ ਹੁੰਦੀ ਕਦੇ। ਜੜ੍ਹਾਂ ਨਾਲ ਜੁੜੇ ਰਹੋ, ਤੇ ਜੇ ਜੜ ਮਜ਼ਬੂਤ ਰਹੀ, ਜੇ ਪਿੰਡ ਉਜੜ ਗਏ, ਕਿਸੇ ਸ਼ਹਿਰ ਨੇ ਨਹੀਂ ਮੁੜ ਕੇ ਤੁਹਾਨੂੰ ਓਨ ਕਰਨਾ, ਕਿਸੇ ਨੇ ਨਹੀਂ ਕਰਨਾ। ਇਸ ਲਈ ਸਾਡੀ ਸਾਰੇ ਉਹਨਾਂ ਬੰਦਿਆਂ ਦੀ ਜ਼ਿੰਮੇਵਾਰੀ ਹੈ ਜਿਹੜੇ ਪਿੰਡਾਂ 'ਚੋਂ ਆਏ, ਆਲੇ ਦੁਆਲੇ ਆਏ, ਕਿਤੇ ਵੀ ਕਿੱਤਾ ਕਰਦਾ, ਕਿਤੇ ਕੋਈ ਜੌਬ ਕਰਦਾ, ਕੋਈ ਸਿਆਸਤ 'ਚ ਹੈ, ਕੋਈ ਕਿਸੇ ਅਫਸਰੀ ਲਾਈਨ 'ਚ ਹੈ, ਕੋਈ ਮੀਡੀਆ 'ਚ ਹੈ, ਸਭ ਜੇ ਆਪਣੇ ਆਪਣੇ ਪਿੰਡਾਂ ਨੂੰ ਵੀ, ਇਸੇ ਲਈ ਉਹ NRIs ਦੀ ਵੀ ਸਭ ਦੀ ਮੈਨੂੰ ਲੱਗਦਾ ਇਹੀ ਹੈ ਕਿ ਜੇ ਲੋਕਾਂ ਨੂੰ ਤਾਕਤ ਹੋਏ, ਐਮਪਾਵਰਮੈਂਟ ਆਫ ਪੀਪਲ, ਗ੍ਰਾਮ ਸਭਾ ਸਰਗਰਮ ਕਰ ਦਿਓ, ਮਨਰੇਗਾ ਇੰਪਲੀਮੈਂਟ ਸਟਾਰਟ ਕਰ ਦਿਓ। ਇਹ ਪਹਿਲਾ, ਮੈਂ ਨਹੀਂ ਕਹਿੰਦਾ ਇਹਦੇ ਨਾਲ ਸਭ ਮਸਲੇ ਹੱਲ ਹੋ ਜਾਣਗੇ, ਪਰ ਇਹ ਸ਼ੁਰੂਆਤ ਹੋ ਜਾਏਗੀ ਮਸਲੇ ਹੱਲ ਕਰਨ ਦੀ, ਉਸ ਪਾਸੇ ਵੱਲ ਚੱਲਣ ਦੀ। ਔਰ ਜੇ ਐਤਕੀ ਦੇ ਮਈ ਦਿਹਾੜੇ ਦੇ ਮੁਤਾਬਕ ਮੈਨੂੰ ਲੱਗਦਾ ਲੋਕ ਇਸੇ ਪੁਆਇੰਟ ਤੇ ਵੀ, ਇੱਕ ਪੁਆਇੰਟ ਨੂੰ ਵੀ ਡਿਟਰਮੀਨੇਟ ਕਰਕੇ, ਫੋਕਸ ਕਰਕੇ ਸਟਾਰਟ ਕਰ ਦੇਣ, ਤਾਂ ਸ਼ਾਇਦ ਇਹ ਇੱਕ ਵੱਡਾ ਮੋੜਾ ਹੋਏਗਾ ਮੇਰੇ ਖਿਆਲ ਹੈ ਕਿਸੇ ਠੀਕ ਪਾਸੇ ਵੱਲ ਚੱਲਣ। ਔਰਤਾਂ ਇਨਕਲਾਬ ਦੀਆਂ ਮੋਹਰੀ ਹੋ ਸਕਦੀਆਂ ਨੇ, ਤੇ ਜੋ ਮਨਰੇਗਾ ਰਾਹੀਂ ਕੰਮ ਕਰਦੀਆਂ ਨੇ ਉਹਨਾਂ ਦੀ ਮਰਿਆਦਾ, ਉਹਨਾਂ ਦੀ ਡਿਗਨਿਟੀ ਤੇ ਉਹਨਾਂ ਦਾ ਮਾਣ ਸਨਮਾਨ, ਉਹਨਾਂ ਦੇ ਜਲੌ ਤੱਕਣ ਵਾਲਾ, ਜਿਸ ਤਰ੍ਹਾਂ ਕਿ ਹਮੀਰ ਸਿੰਘ ਹੋਰਾਂ ਨੇ ਕਿਹਾ। ਤੇ ਇਹ ਇੱਕ ਬਹੁਤ ਖੂਬਸੂਰਤ ਗੱਲ ਹੈ, ਪਿੰਡ ਖੂਬਸੂਰਤ ਹੋ ਸਕਦਾ ਹੈ। ਸਰਦਾਰ ਮਹਿੰਦਰ ਸਿੰਘ ਰੰਧਾਵਾ ਹੋਰੀ ਜੋ ਪੰਜਾਬ ਨੂੰ ਬਹੁਤ ਮੁਹੱਬਤ ਕਰਦੇ ਸੀ, ਤੇ ਇਹ ਮੁਹੱਬਤ ਉਹਨਾਂ ਨੇ ਆਪਣੇ ਕਈ ਤਰ੍ਹਾਂ ਦੇ ਕੰਮ ਕਰਕੇ ਦਿਖਾਈ। ਉਹਨਾਂ ਦੀ ਇਹ ਖਾਹਿਸ਼ ਸੀ ਕਿ ਪੰਜਾਬ ਦੇ ਲੋਕਾਂ ਨੂੰ ਫਲ ਖਾਣ ਦੀ ਆਦਤ ਪੈ ਜਾਵੇ, ਹਰੇਕ ਸੀਜ਼ਨਲ ਫਲ ਉਹਨਾਂ ਦੇ ਕਲਚਰ ਦਾ ਹਿੱਸਾ ਹੋਵੇ, ਤੇ ਉਹ ਕਿਰਤ ਉਹਨਾਂ ਦੇ ਸੱਭਿਆਚਾਰ ਦੇ ਵਿੱਚ ਚੰਗੀ ਤਰ੍ਹਾਂ ਸਮਾਇਆ ਹੋਵੇ ਇਹ ਅੰਸ਼ ਕਿਰਤ ਦਾ। ਤੇ ਮਗਨਰੇਗਾ ਉਸ ਨੂੰ ਵੀ ਪੂਰਾ ਕਰਦਾ, ਤੇ ਮਨੁੱਖੀ ਮਰਿਆਦਾ ਨੂੰ ਵੀ ਬਚਾਉਂਦਾ, ਤੇ ਪਿੰਡ ਨੂੰ ਇੱਕ ਖੂਬਸੂਰਤ ਰੁਤਬਾ ਪ੍ਰਦਾਨ ਕਰਦਾ। ਤੇ ਜਦੋਂ ਪਿੰਡ ਖੂਬਸੂਰਤ ਹੈ ਤਾਂ ਇੱਕ ਤਾਂ ਸ਼ਹਿਰ 'ਤੇ ਭਾਰ ਘਟਦਾ, ਇਹਦੇ ਨਾਲ ਸ਼ਹਿਰ ਦੀ ਆਪਣੀ ਆਰਥਿਕਤਾ ਤਾਂ ਸੁਧਰਦੀ ਹੈ, ਉਹਦੇ 'ਤੇ ਇੱਕ ਉਹਦਾ ਤਵਾਜ਼ਨ ਨਹੀਂ ਹਿਲਦਾ, ਤੇ ਫਿਰ ਸ਼ਹਿਰ ਪਿਕਨਿਕ ਮਨਾਉਣ ਪਿੰਡ ਆ ਸਕਦਾ ਹੈ। ਕਾਸ਼ ਇਹ ਖੂਬਸੂਰਤ ਸਮਾਂ ਛੇਤੀ ਆਵੇ, ਤੇ ਸਾਡਾ ਮਜ਼ਦੂਰ ਸੰਸਾਰ ਇਸ ਗੱਲੋਂ ਵਧੇਰੇ ਸੁਚੇਤ ਹੋਵੇ, ਸਾਡੇ ਮਜ਼ਦੂਰ ਭਰਾ ਇਸ ਗੱਲੋਂ ਸੁਚੇਤ ਹੋਣ, ਅਤੇ ਜਿਹੜੇ ਇਸ ਵੇਲੇ COVID-19 ਕਰਕੇ, ਲੋਕਡਾਊਨ ਕਰਕੇ ਬੰਦੀ ਬਣੇ ਬੈਠੇ ਨੇ, ਚੰਗੀ ਗੱਲ ਹੈ ਜੇ ਉਹ ਮਗਨਰੇਗਾ ਕਾਨੂੰਨ ਪੜ੍ਹ ਲੈਣ, ਤੇ ਇਸ ਸੰਬੰਧੀ ਵੱਧ ਤੋਂ ਵੱਧ ਲਿਟਰੇਚਰ ਪੜ੍ਹ ਕੇ ਇਹਦੇ ਵੱਖ-ਵੱਖ ਪਹਿਲੂ ਜਾਣਨ, ਤੇ ਇਸ ਨੂੰ ਲਾਗੂ ਕਰਾਉਣ ਵਿੱਚ ਨਾਲਦਿਆਂ ਦੀ ਮਦਦ ਕਰਨ, ਤੇ ਪਿੰਡ ਦੀ ਮਦਦ ਕਰਨ। ਹਮੀਰ ਸਿੰਘ ਜੀ, ਸਾਨੂੰ ਇਹ ਵਧੀਆ ਜਾਣਕਾਰੀ ਤੁਸੀਂ ਦਿੱਤੀ, ਤੇ ਲੋਕ ਤੁਹਾਨੂੰ ਸੁਣਦੇ ਨੇ, ਹੁਣ ਇਹਨੂੰ ਵੀ ਉਹ ਚੰਗੀ ਤਰ੍ਹਾਂ ਸੁਣਨਗੇ ਇਸ ਪ੍ਰੋਗਰਾਮ ਨੂੰ, ਤੇ ਤੁਹਾਡੇ ਤੋਂ ਫਿਰ ਉਹ ਸਵਾਲ ਵੀ ਬੜੇ ਬਾਅਦ ਵਿੱਚ ਪੁੱਛਣਾ ਚਾਹਣਗੇ ਕਦੀ, ਜਦੋਂ ਵੀ ਉਹਨਾਂ ਨੂੰ ਮੌਕਾ ਲੱਗੇਗਾ। ਤੇ ਇਹ ਵਧੀਆ ਜਾਣਕਾਰੀ ਦੇਣ ਲਈ TV ਪੰਜਾਬ ਵੱਲੋਂ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਡੈਟ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ TV ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ TV ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ, ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।